ਤੁਹਾਡਾ ਵੀ ਡਾਕਟਰ ਹਰੀਸ਼ ਮਲਹੋਤਰਾ ਅੱਜ ਫਿਰ ਤੁਹਾਡੇ ਲਈ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਮੈਨੂੰ ਉਮੀਦ ਹੈ ਕਿ ਤੁਹਾਡਾ ਪਿਛਲਾ ਹਫ਼ਤਾ ਖੁਸ਼ਗਵਾਰ ਗੁਜ਼ਰਿਆ ਹੋਊਗਾ ਅਤੇ ਮੈਨੂੰ ਇਸ ਚੀਜ਼ ਦੀ ਉਮੀਦ ਹੈ ਕਿ ਤੁਹਾਡਾ ਆਉਣ ਵਾਲਾ ਸਮਾਂ ਖੁਸ਼ੀਆਂ ਦੇ ਖੇੜੇ ਨਾਲ ਭਰਿਆ ਹੋਵੇਗਾ। ਪਿਛਲੇ ਹਫ਼ਤੇ ਕੁਝ ਕਾਰਨਾਂ ਕਰਕੇ ਮੈਂ ਆ ਨਹੀਂ ਸਕਿਆ, ਕੁਝ ਨਿੱਜੀ ਕਾਰਨ ਸੀਗੇ ਅਤੇ ਉਸ ਦਿਨ 18 ਸਤੰਬਰ 1978 ਨੂੰ ਡਾਕਟਰ ਅਬਰਾਮ ਕਪੂਰ ਸਾਡੇ ਤੋਂ ਵਿਛੜ ਗਏ ਸੀ, ਜਿਨ੍ਹਾਂ ਨੇ ਤਰਕਸ਼ੀਲ ਲਹਿਰ ਨੂੰ ਇੰਡੀਆ ਵਿੱਚ ਅਤੇ ਸ੍ਰੀਲੰਕਾ ਵਿੱਚ ਸਟਾਰਟ ਸੀ ਕੀਤਾ। ਅੱਜ ਆਪਾਂ ਉਹਨਾਂ ਬਾਰੇ ਹੀ ਗੱਲ ਕਰਨੀ ਹੈ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਵੀ ਜਿਹੜੀ ਤਰਕਸ਼ੀਲ ਲਹਿਰ 1984 ਵਿੱਚ ਸ਼ੁਰੂ ਹੋਈ, ਉਹ ਵੀ ਉਹਨਾਂ ਦੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਹੀ ਸ਼ੁਰੂ ਹੋਈ ਸੀ। ਸੋ ਇਸ ਮਹਾਨ ਸ਼ਖਸੀਅਤ ਨੂੰ ਯਾਦ ਕਰਨਾ ਸਾਡਾ ਬਣਦਾ ਹੈ। ਤੁਹਾਨੂੰ ਪਤਾ ਹੈ ਕਿ ਮੈਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਮਹਾਨ ਲੋਕਾਂ ਦੀ ਗੱਲ ਕਰਦਾ ਜਿਨ੍ਹਾਂ ਨੇ ਸਾਡੇ ਮੁਲਕ ਨੂੰ, ਲੋਕਾਈ ਨੂੰ ਅਤੇ ਸਾਨੂੰ ਸਾਰਿਆਂ ਨੂੰ ਬਹੁਤ ਕੁਝ ਦਿੱਤਾ ਹੋਵੇ, ਚਾਹੇ ਉਹ ਸਾਇੰਸ ਦਾ ਫੀਲਡ ਹੋਵੇ, ਚਾਹੇ ਉਹ ਸਮਾਜਿਕ ਫੀਲਡ ਹੈਗਾ, ਚਾਹੇ ਯਾਨੀ ਕਿ ਕੋਈ ਹੋਰ ਫੀਲਡ ਹੈ ਜਿਹਦੇ ਨਾਲ ਸਾਡੀ ਜ਼ਿੰਦਗੀ ਵਾਬਸਤਾ ਹੈ। ਅਤੇ ਤੁਹਾਨੂੰ ਵੀ ਪਤਾ ਹੈ ਕਿ ਮੇਰੇ ਜਿਹੜੇ ਪ੍ਰੋਗਰਾਮ ਹੁੰਦੇ ਹੈ ਉਹ ਵਿਲੱਖਣ ਪ੍ਰੋਗਰਾਮ ਹੁੰਦੇ ਹੈ। ਸ਼ਾਇਦ ਇਹਨਾਂ ਵਿਸ਼ਿਆਂ ਬਾਰੇ ਕਿਸੇ ਹੋਰ ਟੈਲੀਵਿਜ਼ਨ ਜਾਂ ਰੇਡੀਓ 'ਤੇ ਕਦੀ ਗੱਲ ਨਾ ਹੁੰਦੀ ਹੋਵੇ ਅਤੇ ਮੈਂ ਸਮਝਦਾ ਵੀ ਅਸੀਂ ਬਹੁਤ ਨਾਸ਼ੁਕਰੇ ਲੋਕ ਹਾਂ ਜੇ ਅਸੀਂ ਇਹਨਾਂ ਮਹਾਨ ਸ਼ਖਸੀਅਤਾਂ ਨੂੰ ਯਾਦ ਨਹੀਂ ਕਰਦੇ ਅਤੇ ਉਹਨਾਂ ਨੂੰ ਆਪਣਾ ਬਣਦਾ ਸਤਿਕਾਰ ਨਹੀਂ ਦਿੰਦੇ ਅਤੇ ਸ਼ਰਧਾਂਜਲੀ ਨਹੀਂ ਦਿੰਦੇ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਉਹਨਾਂ ਮਹਾਨ ਇਨਸਾਨਾਂ ਨੂੰ ਸ਼ਰਧਾਂਜਲੀ ਦੇਈਏ, ਉਹਨਾਂ ਨੂੰ ਯਾਦ ਕਰੀਏ, ਉਹਨਾਂ ਦੇ ਪੂਰਨਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰੀਏ ਅਤੇ ਜੋ ਕੁਛ ਉਹਨਾਂ ਨੇ ਸਾਨੂੰ ਦਿੱਤਾ ਉਹਦੇ ਬਾਰੇ ਅਸੀਂ ਜ਼ਰੂਰ ਗੱਲ ਕਰੀਏ। ਅਸੀਂ ਬਹੁਤ ਸਾਰੇ ਧਾਰਮਿਕ ਗੁਰੂਆਂ ਦੇ, ਧਾਰਮਿਕ ਲੀਡਰਾਂ ਦੇ ਜਨਮ ਦਿਨ ਵੀ ਮਨਾਉਂਦੇ ਹਾਂ ਅਤੇ ਸਾਡੇ ਤੋਂ ਵਿਛੜਨ ਦਿਨ ਵੀ ਮਨਾਉਂਦੇ ਹਾਂ, ਸਮਾਜਿਕ ਲੀਡਰਾਂ ਦੇ ਵੀ ਮਨਾਉਂਦੇ ਹਾਂ ਅਤੇ ਫਿਰ ਅਸੀਂ ਰਾਜਨੀਤਿਕ ਲੋਕਾਂ ਦੇ ਵੀ ਅਸੀਂ ਜਨਮ ਦਿਨ ਮਨਾਉਂਦੇ ਅਤੇ ਉਹਨਾਂ ਦੇ ਜਿਹੜੇ ਵਿਛੜਨ ਦਿਨ ਉਹ ਵੀ ਮਨਾਉਂਦੇ ਹਾਂ। ਪਰ ਕਈ ਵਾਰੀ ਅਸੀਂ ਇਹਨਾਂ ਮਹਾਨ ਸ਼ਖਸੀਅਤਾਂ ਨੂੰ, ਜਿਨ੍ਹਾਂ ਨੇ ਹਿੱਕ ਤਾਣ ਕੇ ਆਮ ਬਹਾਅ ਦੇ ਖਿਲਾਫ ਜਿਹੜੀ ਹੈ ਲੜਾਈ ਲੜੀ ਹੁੰਦੀ ਹੈ, ਉਹਨਾਂ ਨੂੰ ਅਸੀਂ ਕਈ ਵਾਰੀ ਭੁੱਲ ਜਾਂਦੇ ਹਾਂ। ਤੁਹਾਨੂੰ ਵੀ ਪਤਾ ਹੈ ਅਤੇ ਮੈਨੂੰ ਵੀ ਪਤਾ ਹੈਗਾ 28 ਸਤੰਬਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਵੀ ਜਨਮ ਦਿਨ ਹੈਗਾ ਅਤੇ ਉਹਨਾਂ ਨੂੰ ਵੀ ਮੇਰਾ ਕੋਟੀ ਕੋਟੀ ਪ੍ਰਣਾਮ ਹੈ। ਕਿਉਂਕਿ ਮੈਂ ਇਹ ਪਿਛਲੇ ਹਫ਼ਤੇ ਜਿਹੜਾ ਸੀ ਇਹ ਲੇਖ ਪੜ੍ਹਨਾ ਸੀਗਾ, ਪਰ ਜਿਸ ਟਾਈਮ ਮੈਂ ਦੱਸਿਆ ਕਿ ਮੈਂ ਆ ਨਹੀਂ ਸਕਿਆ, ਇਸ ਕਰਕੇ ਮੈਂ ਖਿਮਾ ਦਾ ਜਾਚਕ ਹੈਗਾ। ਅਤੇ ਮੈਨੂੰ ਤੁਹਾਡੇ ਟੈਲੀਫੋਨ ਕਾਲਸ ਦੀ ਜ਼ਰੂਰਤ ਹੈਗੀ ਆ, ਕਿਉਂਕਿ ਤੁਹਾਡੇ ਟੈਲੀਫੋਨ ਦੇ ਨਾਲ ਹੀ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਬੁਲੰਦੀਆਂ 'ਤੇ ਪਹੁੰਚਦਾ ਅਤੇ ਇਸੇ ਕਰਕੇ ਇਹ ਜਿਹੜਾ ਪ੍ਰੋਗਰਾਮ ਹੈ ਬਹੁਤ ਸਾਰਾ ਕਾਮਯਾਬ ਹੈ, ਕਿਉਂਕਿ ਤੁਸੀਂ ਇਹਦੇ ਵਿੱਚ ਸ਼ਿਰਕਤ ਕਰਦੇ ਆ, ਤੁਸੀਂ ਇਹਦੇ ਵਿੱਚ ਕੰਟਰੀਬਿਊਟ ਕਰਦੇ ਆ, ਤੁਸੀਂ ਇਹਦੇ ਵਿੱਚ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਦੇ ਆ ਅਤੇ ਆਮ ਲੋਕਾਂ ਦੇ ਨਾਲ ਵੀ ਵਿਚਾਰ ਆਪਣੇ ਸਾਂਝੇ ਕਰਦੇ ਆ ਅਤੇ ਇਸੇ ਕਰਕੇ ਇਹ ਜਿਹੜਾ ਪ੍ਰੋਗਰਾਮ ਹੈਗਾ ਦਿਨੋਂ ਦਿਨ ਹਰਮਨ ਪਿਆਰਾ ਬਣਦਾ ਜਾ ਰਿਹਾ ਹੈਗਾ ਅਤੇ ਹਰਮਨ ਪਿਆਰਾ ਹੈ ਵੀ, ਅਤੇ ਆਪਾਂ ਇਹਨੂੰ ਹੋਰ ਵੀ ਵਧੀਆ ਜਿਹੜਾ ਹੈਗਾ ਬਣਾਉਣਾ ਚਾਹੁੰਦੇ ਹਾਂ। ਅਤੇ ਜਿਹੜੀ ਮੈਂ ਅੱਗੇ ਵੀ ਰਿਕੁਐਸਟ ਕਰਦਾ ਹੁੰਦਾ ਕਿ ਸਾਡੇ ਕੰਸ਼ੀ ਟੈਲੀਵਿਜ਼ਨ ਨੂੰ ਤੁਹਾਡੀ ਸਪੋਰਟ ਦੀ ਸਦਾ ਜ਼ਰੂਰਤ ਰਹਿੰਦੀ ਹੈ। ਤੁਸੀਂ ਪਿੱਛੇ ਵੀ ਸਾਡੀ ਬਹੁਤ ਮਦਦ ਕਰਦੇ ਰਹੇ, ਸਾਡੀ ਆਰਥਿਕ ਸਹਾਇਤਾ ਦੀ ਵੀ ਸਾਨੂੰ ਜ਼ਰੂਰਤ ਹੈ, ਸਾਨੂੰ ਮੋਰਲ ਸਪੋਰਟ ਦੀ ਵੀ ਜ਼ਰੂਰਤ ਹੁੰਦੀ ਹੈ ਅਤੇ ਤੁਸੀਂ ਉਹ ਆਰਥਿਕ ਜਿਹੜੀ ਸਹਾਇਤਾ ਹੈਗੀ ਆ, ਕਿਸੇ ਦਾ ਘਰ ਵਿੱਚ ਕੋਈ ਜਨਮ ਦਿਨ ਹੈ ਉਹ ਵੀ ਸਾਡੇ ਨਾਲ ਸਾਂਝਾ ਕਰਕੇ ਮਨਾ ਸਕਦੇ ਹਾਂ। ਤੁਸੀਂ ਸਾਡੇ ਜਿਹੜਾ ਟੈਕਨੀਸ਼ੀਅਨ ਹੈਗਾ ਉਹਨਾਂ ਨੂੰ ਟੈਲੀਫੋਨ ਕਰੋ, ਜਿਹੜਾ ਕਿ ਨੰਬਰ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ 0300 770 2246। ਜਾਣ ਕੇ ਤੁਸੀਂ ਕੋਈ ਐਨੀਵਰਸਰੀ ਮਨਾ ਰਹੇ ਹੈਗੇ ਆ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਮੈਰਿਜ ਐਨੀਵਰਸਰੀ ਹੈ ਜਾਂ ਕਿਸੇ ਬੱਚੇ ਦੀ ਖੁਸ਼ੀ ਜਾਣੀ ਕਿ ਹੈ ਤੁਹਾਡੇ ਘਰ ਵਿੱਚ ਹੋਈ, ਤੁਸੀਂ ਉਹਦੇ ਲਈ ਵੀ ਜਿਹੜਾ ਹੈਗਾ ਸਾਡੇ ਨਾਲ ਸੰਪਰਕ ਕਰ ਸਕਦੇ, ਜਾਂ ਕੋਈ ਹੋਰ ਵੀ ਆਪਣੀ ਤੁਸੀਂ ਖੁਸ਼ੀ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੈਗੇ ਆ, ਯੂ ਆਰ ਮੋਸਟ ਵੈਲਕਮ। ਅਤੇ ਉਹ ਵੀ ਸਾਨੂੰ ਇੱਕ ਕਿਸਮ ਦੀ ਜਿਹੜੀ ਹੈਗੀ ਸਪੋਰਟ ਹੈਗੀ ਆ। ਤੁਸੀਂ ਕਿਸੇ ਪ੍ਰੋਗਰਾਮ ਨੂੰ ਵੀ ਜਿਹੜਾ ਹੈਗਾ ਸਪੋਂਸਰ ਕਰ ਸਕਦੇ ਆ, ਮੇਰੇ ਪ੍ਰੋਗਰਾਮ ਨੂੰ ਜਾਂ ਕਿਸੇ ਹੋਰ ਪ੍ਰੋਗਰਾਮ ਨੂੰ, ਕਿਸੇ ਨੂੰ ਵੀ ਤੁਸੀਂ ਸਪੋਂਸਰ ਕਰ ਸਕਦੇ ਆ। ਸੋ ਵੀ ਰੀਲੀ ਗ੍ਰੇਟਫੁਲ ਕਿ ਤੁਸੀਂ ਸਾਡੀ ਇਸ ਬੇਨਤੀ ਨੂੰ ਵੀ ਪ੍ਰਵਾਨ ਕਰੋ। ਮੈਂ ਛੋਟਾ ਲੇਖ ਪੜ੍ਹਦਾ ਅਤੇ ਇਨ ਦ ਮੀਨ ਟਾਈਮ ਮੈਂ ਚਾਹੁੰਦਾ ਕਿ ਤੁਸੀਂ ਟੈਲੀਫੋਨ ਕਾਲ ਕਰਕੇ ਆਪਣੀ ਲਾਈਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਟੈਲੀਫੋਨ ਲਾਈਨਜ਼ ਨੂੰ ਲਾਈਨ ਅਪ ਕਰ ਲਓ, ਤਾਂ ਕਿ ਮੈਂ ਤੁਹਾਨੂੰ ਵੱਧ ਤੋਂ ਵੱਧ ਸਮਾਂ ਦੇ ਸਕਾਂ। ਕਿਉਂਕਿ ਇਸ ਮਹਾਨ ਸ਼ਖਸੀਅਤ ਨੇ ਜੋ ਕਿ ਸਾਡੇ ਸਮਾਜ ਦੇ ਵਿੱਚ ਅੰਧ ਵਿਸ਼ਵਾਸ ਪੈਰ ਪੈਰ 'ਤੇ ਨਸ ਨਸ ਵਿੱਚ ਫੈਲਿਆ ਪਿਆ, ਧੱਸਿਆ ਪਿਆ ਸਾਡੇ ਸਮਾਜ ਦੇ ਵਿੱਚ, ਜਿਹਨੇ ਕਿ ਸਾਡੇ ਸਮਾਜ ਦਾ ਬਹੁਤ ਸੱਤਿਆਨਾਸ਼ ਕੀਤਾ ਪਿਆ, ਉਹਦੇ ਖਿਲਾਫ ਇਹਨਾਂ ਨੇ ਜਹਾਜ਼ ਛਿੜਿਆ। ਅਤੇ ਇਸੇ ਕਰਕੇ ਤਰਕਸ਼ੀਲ ਸੁਸਾਇਟੀ ਜਿਹੜੀ ਹੈ, ਰੈਸ਼ਨਲ ਸੁਸਾਇਟੀ ਪੰਜਾਬ ਵਿੱਚ ਵੀ, ਅਮਰੀਕਾ ਵਿੱਚ ਵੀ, ਕੈਨੇਡਾ ਵਿੱਚ ਵੀ, ਨਿਊਜ਼ੀਲੈਂਡ ਅਤੇ ਇੰਗਲੈਂਡ ਵਿੱਚ ਵੀ ਅਸੀਂ ਜਿਹੜੀ ਸੀ 1987 ਤੋਂ ਬਣਾਈ ਹੋਈ ਹੈ। ਮੈਂ ਇਹ ਲੇਖ ਪੜ੍ਹਦਾ ਅਤੇ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰਦਾ, ਤਾਂ ਕਿ ਆਪਾਂ ਇਹਦੇ 'ਤੇ ਸੰਵਾਦ ਰਚਾ ਸਕੀਏ, ਇੱਕ ਡਾਇਲੋਗ ਕ੍ਰੀਏਟ ਕਰ ਸਕੀਏ, ਤਾਂ ਕਿ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੋ ਸਕੇ। ਡਾਕਟਰ ਅਬਰਾਮ ਟੀ ਕਪੂਰ। ਡਾਕਟਰ ਅਬਰਾਮ ਕਪੂਰ ਥੋਮਸ ਦਾ ਜਨਮ
10 ਅਪ੍ਰੈਲ 1898 ਨੂੰ ਭਾਰਤ ਦੇ ਸੂਬੇ ਕੇਰਲਾ ਦੇ ਪਿੰਡ ਤਿਰੂਵਾਲਾ ਵਿਖੇ ਹੋਇਆ। ਉਹਦਾ ਪਿਤਾ ਇੱਕ ਗਿਰਜੇ ਦਾ ਪਾਦਰੀ ਸੀ, ਇਸ ਲਈ ਘਰ ਦਾ ਮਾਹੌਲ ਧਾਰਮਿਕ ਅਤੇ ਪਛਾਣ ਖਿੱਚੂ ਸੀ। ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਬਾਅਦ ਮਾਪਿਆਂ ਨੇ ਆਪ ਨੂੰ ਪਾਦਰੀ ਬਣਾਉਣ ਦੀ ਇੱਛਾ ਪ੍ਰਗਟ ਕੀਤੀ, ਪਰ ਉੱਚ ਵਿੱਦਿਆ ਹਾਸਲ ਕਰਨ ਦੇ ਦ੍ਰਿੜ ਇਰਾਦੇ ਨਾਲ ਉਹਨੇ ਇਹ ਵਿਚਾਰ ਠੁਕਰਾ ਦਿੱਤਾ। ਉੱਚ ਵਿੱਦਿਆ ਲਈ ਆਪ ਕਲਕੱਤੇ ਚਲੇ ਗਏ ਅਤੇ ਇੱਥੇ ਬਨਸਪਤੀ ਵਿਗਿਆਨ ਦੀ ਪੜ੍ਹਾਈ ਵੇਲੇ ਆਪ ਨੇ ਤਰਕਸ਼ੀਲ ਸਾਹਿਤ ਨੂੰ ਘੋਖਿਆ ਅਤੇ ਪਰਖਿਆ। ਇਸ ਉੱਚ ਪੜ੍ਹਾਈ ਦੇ 4 ਸਾਲਾਂ ਅਤੇ ਤਰਕਸ਼ੀਲ ਸਾਹਿਤ ਨੇ ਆਪ ਜੀ ਨੂੰ ਧਰਮ ਦੇ ਸ਼ਿਕੰਜੇ ਵਿੱਚੋਂ ਬਾਹਰ ਕੱਢ ਮਾਰਿਆ। ਉਚੇਰੀ ਪੜ੍ਹਾਈ ਤੋਂ ਬਾਅਦ ਡਾਕਟਰ ਕਪੂਰ ਨੇ ਕਈ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਾਇਆ। ਉਹਨਾਂ ਥੋੜ੍ਹੀ ਦੇਰ CMS ਕਾਲਜ ਕੇਰਲਾ ਵਿੱਚ ਵੀ ਇੱਕ ਬਨਸਪਤੀ ਵਿਗਿਆਨ ਬੋਟਨੀ ਦੇ ਲੈਕਚਰਾਰ ਦੇ ਤੌਰ ਉੱਪਰ ਨੌਕਰੀ ਕੀਤੀ। ਫਰਵਰੀ 1928 ਵਿੱਚ ਕੇਂਦਰੀ ਕਾਲਜ ਦੇ ਸੱਦੇ ਉੱਤੇ ਆਪ ਜਾਫਨਾ ਸ਼੍ਰੀਲੰਕਾ ਚਲੇ ਗਏ ਅਤੇ ਇੱਥੇ ਬਨਸਪਤੀ ਵਿਗਿਆਨ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਬਾਈਬਲ ਪੜ੍ਹਾਉਣ ਲਈ ਬੇਨਤੀ ਕੀਤੀ ਗਈ। ਨਤੀਜਾ ਬੜਾ ਦਿਲਚਸਪ ਆਇਆ। ਸਾਰੇ ਹੀ ਵਿਦਿਆਰਥੀ ਬਾਈਬਲ ਦੀ ਪੜ੍ਹਾਈ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਏ, ਪਰ ਦੂਜੇ ਪਾਸੇ ਚਮਤਕਾਰ ਇਹ ਹੋਇਆ ਕਿ ਡਾਕਟਰ ਕਪੂਰ ਦੇ ਵਿਚਾਰਾਂ ਕਰਕੇ ਵਿਦਿਆਰਥੀਆਂ ਦਾ ਬਾਈਬਲ ਵਿੱਚੋਂ ਯਕੀਨ ਸਦਾ ਲਈ ਉੱਡ ਗਿਆ। ਸ਼੍ਰੀਲੰਕਾ ਵਿੱਚ ਨੌਕਰੀ ਕਰਨ ਤੋਂ ਪਹਿਲਾਂ ਉਹਨਾਂ ਇੱਕ ਜੱਜ ਦੀ ਬੇਟੀ ਕੁਨਜ਼ਾਮਾ ਨਾਲ ਵਿਆਹ ਕਰਵਾ ਲਿਆ ਅਤੇ ਉਹਨਾਂ ਦਾ ਇੱਕ ਬੇਟਾ ਹੋਇਆ ਜਿਹਦਾ ਨਾਂ ਉਹਨਾਂ ਐਰੀਜ਼ ARIES ਰੱਖਿਆ। ਜਾਫਨਾ ਕਾਲਜ ਵਿੱਚ 15 ਸਾਲ 1943 ਤੱਕ ਡਾਕਟਰ ਕਪੂਰ ਨੇ ਬਨਸਪਤੀ ਵਿਗਿਆਨ ਪੜ੍ਹਾਇਆ। ਇਸ ਤੋਂ ਬਾਅਦ ਉਹਨਾਂ ਰਿਚਮੰਡ ਕਾਲਜ ਗੈਲੇ ਅਤੇ ਸੇਂਟ ਥੋਮਸ ਕਾਲਜ ਮਾਊਂਟ ਲਾਵੀਨੀਆ 1947 ਤੋਂ 1953 ਤੱਕ ਪੜ੍ਹਾਇਆ ਅਤੇ ਇੱਥੇ ਆਪ ਬਨਸਪਤੀ ਵਿਗਿਆਨ ਵਿਭਾਗ ਦੇ ਮੁਖੀ ਰਹੇ। 1959 ਵਿੱਚ ਥਰਸਟਨ ਕਾਲਜ ਕੋਲੰਬੋ ਤੋਂ ਆਪ ਸੇਵਾ ਮੁਕਤ ਹੋਏ। ਉਹਨਾਂ ਇੱਕ ਹਿਪਨੋਥੈਰੇਪਿਸਟ ਅਤੇ ਅਪਲਾਈਡ ਸਾਈਕੋਲੋਜੀ ਦੀ ਵੀ ਪ੍ਰੈਕਟਿਸ ਕੀਤੀ। ਸੇਵਾ ਮੁਕਤ ਹੋਣ ਬਾਅਦ ਉਹਨਾਂ ਆਪਣੀ ਸਾਰੀ ਜ਼ਿੰਦਗੀ ਤਰਕਸ਼ੀਲ ਲਹਿਰ ਦੇ ਲੇਖੇ ਲਾਤੀ। ਉਹਨਾਂ ਸਲੋਨ ਰੈਸ਼ਲਿਸਟ ਐਸੋਸੀਏਸ਼ਨ 1960 ਵਿੱਚ ਬਣਾਈ ਅਤੇ ਮਰਦੇ ਦਮ ਤੱਕ ਉਹਦੇ ਯਾਨੀ 18 ਸਤੰਬਰ 1978 ਤੱਕ ਜਦ ਉਹਨਾਂ ਨੂੰ ਕੈਂਸਰ ਨੇ ਆ ਘੇਰਿਆ ਪ੍ਰਧਾਨ ਰਹੇ। ਉਹਨਾਂ ਇੱਕ ਸਾਲਾਨਾ ਪਰਚਾ ਸਲੋਨ ਰੈਸ਼ਲਿਸਟ ਅੰਬੈਸਡਰ ਵੀ ਚਲਾਇਆ। ਡਾਕਟਰ ਕਪੂਰ ਦੀ ਹਮਸਫਰ ਕੁਨਜ਼ਾਮਾ 1976 ਵਿੱਚ ਉਹਨਾਂ ਦਾ ਸਾਥ ਸਦਾ ਲਈ ਇਸ ਦੁਨੀਆ ਤੋਂ ਛੱਡ ਗਈ। ਡਾਕਟਰ ਕਪੂਰ ਨੇ ਆਪਣੀ ਵਸੀਅਤ ਵਿੱਚ ਲਿਖਿਆ, ਮੇਰੇ ਮਰਨ ਬਾਅਦ ਮੇਰੇ ਸਰੀਰ ਨੂੰ ਦਫਨਾਇਆ ਨਾ ਜਾਵੇ ਅਤੇ ਨਾ ਹੀ ਮੇਰੇ ਸਾਥਣ ਦੇ ਸਰੀਰ ਨੂੰ ਮਰਨ ਤੋਂ ਬਾਅਦ ਕਿਤੇ ਦੱਬਿਆ ਜਾਵੇ। ਅਸੀਂ ਆਪਣੇ ਸਰੀਰਾਂ ਨੂੰ ਮੈਡੀਕਲ ਕਾਲਜਾਂ ਦੀ ਵਰਤੋਂ ਲਈ ਅਰਪਣ ਕਰਦੇ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰਾ ਕੰਗਾਲ ਸਕੈਲੇਟਨ ਥਰਸਟਨ ਕਾਲਜ ਕੋਲੰਬੋ ਨੂੰ ਦੇ ਦਿੱਤਾ ਜਾਵੇ, ਜਿੱਥੇ ਮੈਂ ਬਹੁਤ ਵਾਰੀ ਪੜ੍ਹਾਇਆ ਸੀ। ਇਹ ਕੰਮ ਮੈਂ ਆਪਣੇ ਪੁੱਤਰ ਐਰੀਜ਼ ਕਪੂਰ ਨੂੰ ਸੌਂਪਦਾ ਹਾਂ, ਜੋ ਕਿ ਸੋਰਬਨ ਯੂਨੀਵਰਸਿਟੀ ਪੈਰਿਸ ਫਰਾਂਸ ਵਿੱਚ ਇੱਕ ਪ੍ਰੋਫੈਸਰ ਦੇ ਤੌਰ 'ਤੇ ਕੰਮ ਕਰ ਰਿਹਾ ਹੈ। ਮੇਰੀ ਮੌਤ ਤੋਂ ਬਾਅਦ ਮੇਰੀਆਂ ਅੱਖਾਂ ਫੌਰਨ ਹੀ ਆਈ ਬੈਂਕ ਨੂੰ ਦੇ ਦਿੱਤੀਆਂ ਜਾਣ। ਡਾਕਟਰ ਕਪੂਰ ਦੁਨੀਆ ਭਰ ਦੇ ਮਨੋਚਿਕਿਤਸਾ ਵਿੱਚੋਂ ਪਹਿਲਾ ਅਜਿਹਾ ਵਿਅਕਤੀ ਸੀ ਜਿਸ ਨੂੰ ਅਮਰੀਕਾ ਦੀ ਮਿਨਸੋਟਾ ਨਾਮੀ ਸੰਸਥਾ ਨੇ ਇਸ ਖੇਤਰ ਵਿੱਚ ਪ੍ਰਭਾਵਸ਼ਾਲੀ ਖੋਜ ਕਰਨ ਬਦਲੇ ਡਾਕਟਰੇਟ PhD ਦੀ ਡਿਗਰੀ ਪ੍ਰਦਾਨ ਕੀਤੀ ਸੀ। ਡਾਕਟਰ ਕਪੂਰ ਦਾ ਦਾਅਵਾ ਸੀ ਕਿ ਜਿਹੜੇ ਵਿਅਕਤੀ ਆਪਣੇ ਕੋਲ ਆਤਮਿਕ ਜਾਂ ਅਲੌਕਿਕ ਸ਼ਕਤੀਆਂ ਹੋਣ ਦਾ ਪਖੰਡ ਕਰਦੇ ਹਨ, ਉਹ ਜਾਂ ਤਾਂ ਦਿਮਾਗੀ ਗੜਬੜ ਦਾ ਸ਼ਿਕਾਰ ਹੁੰਦੇ ਹਨ ਅਤੇ ਜਾਂ ਫਿਰ ਧੋਖੇਬਾਜ਼ ਹੁੰਦੇ ਹਨ। ਇਸ ਦੁਨੀਆ ਵਿੱਚ ਨਾ ਤਾਂ ਕੋਈ ਅਲੌਕਿਕ ਸ਼ਕਤੀ ਵਾਲਾ ਕਦੇ ਕੋਈ ਪੈਦਾ ਹੋਇਆ ਅਤੇ ਨਾ ਹੀ ਕਿਸੇ ਕੋਲ ਕੋਈ ਗੈਬੀ ਸ਼ਕਤੀ ਹੈ। ਇਹਨਾਂ ਦੀ ਹੋਂਦ ਸਿਰਫ ਧਾਰਮਿਕ ਗ੍ਰੰਥਾਂ ਅਤੇ ਸਨਸਨੀ ਫੈਲਾਉਣ ਵਾਲੇ ਪੰਨਿਆਂ ਉੱਤੇ ਹੀ ਹੁੰਦੀ ਹੈ। ਅਬਰਾਹਮ ਥੋਮਸ ਕਪੂਰ ਉਹ ਮਹਾਨ ਵਿਗਿਆਨੀ ਸੀ ਜਿਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਨੂੰ ਭਰਮਾਂ ਵਹਿਮਾਂ ਵਿੱਚੋਂ ਬਾਹਰ ਕੱਢ ਕੇ ਤਰਕ ਨਾਲ ਜ਼ਿੰਦਗੀ ਜਿਉਣਾ ਸਿਖਾਇਆ। ਉਹ ਲਗਭਗ ਅੱਧੀ ਸਦੀ ਪ੍ਰੇਤ ਘਰਾਂ, ਕਬਰਸਤਾਨਾਂ ਅਤੇ ਸ਼ਮਸ਼ਾਨ ਘਾਟਾਂ ਵਿੱਚ ਸੌਂਦਾ ਰਿਹਾ ਅਤੇ ਆਪਣੇ ਤਜਰਬਿਆਂ ਦੇ ਆਧਾਰ ਉੱਤੇ ਉਸਨੇ ਆਪਣੀਆਂ ਕਿਤਾਬਾਂ ਲਿਖੀਆਂ ਜੋ ਪੰਜਾਬੀ ਵਿੱਚ ਤਰਕਸ਼ੀਲਤਾ ਦੇ ਮੋਢੀ ਮੇਘਰਾਜ ਮਿੱਤਰ ਨੇ ਅਨੁਵਾਦ ਕਰਕੇ ਛਾਪੀਆਂ। ਡਾਕਟਰ ਕਪੂਰ ਦੀ ਕਿਤਾਬ ਗੋਡ, ਡੀਮਨਜ਼ ਐਂਡ ਸਪਿਰਿਟਸ ਦੇਵ, ਦੈਂਤ ਅਤੇ ਰੂਹਾਂ ਨੂੰ 2008 ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪੰਜਾਬ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਬੰਦੀਸ਼ੁਦਾ ਕਰ ਦਿੱਤਾ ਸੀ। ਮਸ਼ਹੂਰ ਅਤੇ ਹਰਮਨ ਪਿਆਰੇ ਤਰਕਸ਼ੀਲ ਬਸਾਵਾ ਪ੍ਰੇਮਾਨੰਦ, ਜਿਨ੍ਹਾਂ ਫੈਡਰੇਸ਼ਨ ਆਫ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨ ਦਾ ਮੁੱਢ ਬਣਿਆ ਸੀ, ਡਾਕਟਰ ਕਪੂਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ। ਡਾਕਟਰ ਅਬਰਾਹਮ ਕਪੂਰ ਨੇ 1963 ਵਿੱਚ ਇੱਕ ਲੱਖ ਸ਼੍ਰੀਲੰਕਾ ਦੇ ਰੁਪਇਆਂ ਦਾ ਇਨਾਮ ਵੀ ਸ਼ੁਰੂ ਕੀਤਾ ਕਿ ਅਗਰ ਕੋਈ ਗੈਬੀ ਸ਼ਕਤੀ ਦਿਖਾ ਸਕੇ ਤਾਂ ਉਹ ਇਨਾਮ ਜਿੱਤ ਸਕਦਾ ਹੈ, ਪਰ ਅੱਜ ਤੱਕ ਕੋਈ ਵੀ ਇਹ ਇਨਾਮ ਜਿੱਤ ਨਹੀਂ ਸਕਿਆ।
जिन्ना नाम कोई व्यक्ति जितना चाहता सी उन्नी ही जमानत की रकम उसने जमा करानी पैंदी सी। हौली हौली उसने जमानत की राशि सिर्फ 1000 कर दी और इनाम की राशि 1 लाख रुपया पंजाब के तरकशीला ने भी उन्होंने 23 शर्तों पर चलते हुए 1 करोड़ रुपए की राशि का इनाम रखा हुआ है। इस लड़ी में जब बरतानिया की तरकशील सोसाइटी 1997 होंद बच आई तो राशि का इनाम 1 लाख पाउंड कर दिता गया। मैं खुद भी नाल 1 लाख पाउंड का इनाम चैलेंज के तौर पर रखा, पर विदेशों में भी कोई अजे इनाम जितने लिए अगे नहीं आया। इनाम दी शर्तों में करामाती शक्तियों के दावेदारों को भजाने और लोगों में उन्होंने भंडी प्रचार करने लिए बहुत सारिया शर्तां हैं। अमरीका की एक संस्था स्कैप्टिकल इनक्यूरर ने 1860 में इन्होंने करामाती शक्तियों के दावेदारों के लिए $1 मिलियन का इनाम घोषित किया। $1 मिलियन का अज भी 7 करोड़ रुपए तो उपर की रकम बनती है। चमत्कारी शक्ति किसी भी व्यक्ति में हो ही नहीं सकती और ये गल साइंस विज्ञान के नियमों के उल्ट है। कोई भी इंसान हवा में नहीं उड़ सकता क्योंकि उड़ान भरन दी कुछ अपन शर्तां हैं। कोई भी चीज़ बगैर किसी ताकत के क्रिया करने तो हिल नहीं सकती। जो कोई दावा करता है कि उस को किसी वस्तु को हिलाने लिए करामाती शक्ति है तो उस सरासर धोखा दे रहा है। उन्होंने कहना सी कि धर्म प्रचारकों का हमेशा तो ही ये यतन रहा है कि मौत दी गल्लां करके वो लोगों को डराउण, मरण उपरंत जीवन में प्राप्त होने वाले सुखों और सजावां की गल करके ही पुरोहित लोग आम जनता का शोषण करते हैं। डॉक्टर कपूर रहस्यमय केसां घटनावां की पड़ताल लिए दूर दराडे गए। अखबारों में छपतियां अजिहियां रहस्यमय घटनावां का वो खास ख्याल रखते और उन्होंने असलीयत जानने लिए खोज में जुट जाते। इस काल में उन्होंने जीवन साथन कुंजामा कपूर ने भरमां साथ दिता। हुण देखण परखण वाली गल ये भी है कि वो किहड़ियां गल्लां सन जिन्होंने डॉक्टर कपूर नूं तर्क नाल जिंदगी जीण वाल तोरिया। अज तो 1 सदी पहला श्रीलंका में उच्च विद्यालय कोई भी कॉलेज नहीं सी तो डॉक्टर कपूर और उसके भरा ये उच्च विद्या कलकत्ते जाके करनी पई। जो गुआढ़ियों को पता लगा कि कपूरां दे मुंडे गंगा किनारे वसे शहर कलकत्ते पढ़ते हैं तो उन्होंने इन्होंने मुंडियां नूं गंगा जल लिया के देने की बेनती की। डॉक्टर कपूर ने देखा कि गंगा नदी में तो वड्डी मात्रा में मृतक लाशां बहिंदियां हैं क्योंकि उन्होंने समय में लोग अपने मृतकों के शरीरों को गंगा नदी में बहाना चंगा समझते सन। बनस्पति विज्ञान का विद्यार्थी होने करके डॉक्टर कपूर जानता सी कि गंगा जल जर्म रहत नहीं हो सकता। इस करके वो अपने गुआढ़ियों को अजिहा जर्मां नाल भरिया पानी नहीं सी पिला सकता। इसका इलाज उन्होंने ये किया कि वापस जाने वेले कोटारकरा के स्टेशन तो 2 शुद्ध पानी दी बोतलां भर लईआं। बस ड्राइवर और बस कंडक्टर को इन्होंने मुंडियां कोल गंगा जल होने की जल भिणक पई तो उन्होंने खुद आप इन्हों का समान वधिया ढंग नाल संभालिया और बड़े सत्कार नाल 2 मील का वल पा के उन्होंने घर छड्ड के आए। जान लगे थोड़ा जिहा गंगा जल शीशियां में ले जाना ना भुले। बाकी का गंगा जल गुआढ़ियों के सपुर्द कर दिता गया। अगले साल जदों वो अपने पिंड छुट्टी कट्टण आए तो पिंड के बहुत सारे लोगों ने गंगा जल बारे अपने तजर्बे साझे किए। एक औरत ने दस्सिया कि साडी दादी नूं दस्त लगे हुए सन और असीं 2 तुपके गंगा जल के शहद में मिला के दे दिते और उसके दस्त बंद हो गए। एक होर ने दस्सिया कि उन्होंने लड़की का बुखार नहीं सी उतरिया और जब उन्होंने 2 तुपके गंगा जल के दिते तो वो बिल्कुल ठीक हो गई। एक गुआढ़ी ने दस्सिया मैं अपने खेत में 2 अंबां के बूटे लाए और एक नूं 2 बूंदा गंगा जल दियां पा दित्तियां। वो अंब का बूटा दिनों में ही वधन फुलन लग पिया और जिस अंब के बूटे में गंगा जल नहीं सी पाया वो बूटा मुरझा गया। डॉक्टर कपूर और उसका भरा अपने मन में हस भी रहे सन और सोच भी रहे सन। ये पहली घटना सी जिसने डॉक्टर कपूर नूं तर्क नाल सोचण वाल लाग लाई सी। डॉक्टर कपूर तो सिखते हुए पंजाब के तरकशीला ने बहुत सारे अजीब किस्म के केस सफलतापूर्वक हल किए हैं। एक केस का जिक्र करते हुए डॉक्टर कपूर लिखते हैं कि एक नौजवान प्रोफैसर अपने कोल पढ़ती एक कुड़ी में बहुत ही दिलचस्पी लैन लग पाए और कुछ साल पढ़ाने तो बाद वो उस लड़की के बाप को चला गया कि वो इस लड़की नाल ब्याह कराना चाहता है। प्रोफैसर की हैसियत और उसके अमीरां वाले जीवन को देखते हुए लड़की के पिता ने झट हाँ कर दी और खुशी खुशी लड़की की डोली उस नाल तोड़ दी कि ब्याह तो 5 साल बाद भी लड़की के घर कोई बच्चा पैदा ना होया तो माँ बाप फिक्रमंद हो गए। उन्होंने डॉक्टर कपूर नाल संपर्क किया। डॉक्टर कपूर और उन्होंने जीवन साथी ने लड़की नाल गलबात की तो उन्हें दस्सिया प्रोफैसर साहब बहुत चंगे इंसान हैं और मैनू हर सुख सहूलत देने लिए सदा तैयार रहते हैं पर सरीरक तौर पर वो मैनू हथ भी नहीं लाते।
प्रोफैसर साहब नूं जद इस दा कारण पुछया गया तो उन्होंने कहा, इस लड़की की शक्ल तो मेरी माँ नाल मिलती है। मेरे बाप की मौत तो बाद मैं अक्सर अपनी माँ नाल ही सोया करता सी, पर कुड़ी नूं ट्यूशन पढ़ाउणा शुरू करन तो 2 महीने पहलां मेरी माँ मर गई और हुण लड़की विच मैनूं मेरी माँ ही नज़र आउंदी है। कपूर दे लड़की नूं दित्ते पहल करन दे सलाह मशवरे नाल साल अंदर ही उस जोड़ी दे बच्चा पैदा हो गया। अजिही ही एक होर गंभीर केस में डॉक्टर कपूर ने सफलतापूर्वक हल किया। एक सरकारी मुलाजिम ने 60 साल की उम्र में रिटायर्ड होने तो बाद एक 37 साल की औरत जरीना नाल ब्याह करवा लिया। जरीना की यह पहली शादी सी, पर उसके पति की दूजी शादी सी। एक लड़का तो लड़की इस जोड़े ने पैदा किए। इस तो बाद उन्होंने होर ना बच्चा पैदा करने का फैसला ले लिया। दोवें तीवें आदमी अलग अलग कमरे में सौन लग पे। जरीना ईसाई धर्म को मनती सी, इसलिए उसनूं सुपने में उसका एक संत दिखाई देने लग पिया। सुपने में वो उसनूं घड़ीस के गुसलखाने में लै जांदा अते हर किस्म दी हरकतां उस नाल करदा। वो औरत अपने संत नूं ही अपना पति समझ लग पई अते वो गर्भवती हो गई। उसका पेट वधन लगा अते दिन रात सोचती रहिंदी कि लोग उसनूं की कहणगे कि एक हरामी बच्चे ने उसके पेट विचों जन्म लिया है अते इस तरह उसकी अते उसके परिवार की बहुत बदनामी होवेगी। जब डॉक्टर कपूर नाल संपर्क किया गया तो उन्होंने अपने सुझावां राहीं उसका गर्भ ठहरन का यह मनोभरम सदा लई खत्म कर दिता और वो औरत बिल्कुल ठीक हो गई। एक बार भूतां प्रेतां की तलाश में डॉक्टर कपूर और उसके कुछ दोस्त एक जंगल में गए। चनैया नां दे व्यक्ति नूं उन्होंने दिहाड़ी उत्ते एक गाइड के तौर पर अपने नाल ले लिया और कहण लगे, आपां उलू मादी के नज़दीक वाले जंगल में जाना है। तो कहण लगा, उस जंगल में असीं नहीं जा सकते क्योंकि उस जंगल की राखी तो कदेरी नां का भूत करता है। उन्हें जंगल विचों लाटां निकलदियां उन्होंने दूरों ही दिखाई। रात ज़्यादा होने कारण उन्होंने दिन चढ़े उस स्थान पर जाने का मन बनाया। सवेरे 7 बजे जदों वो उस स्थान पर पहुँचे तो उन्होंने उत्थों 2 सुके दरख्त वेखे। डॉक्टर कपूर ने उसके कुछ शक चाकू नाल उतार लए। मनस्वी विज्ञान का प्रोफैसर होने के कारण प्रयोगशाला का वो इंचार्ज सी। खुरदबीन हेठां रखे शक्कां विच उसनूं उल्ली की वो किस्म लभी जिहड़ी रात नूं रोशनी दिंदी है। इस तरह उन्हें हरेक घटना के पिछे विज्ञान के कारण लभण की पिरत पाई। पंजाब के तरखीला ने उन्होंने कदमों उत्ते चलदियां सैकड़े ही अजिहे केस हल किए। दरख्तों विचों दुध निकलण का मसला होवे जां दरख्तों का हनेरी तो बाद डह के खड़े होने की घटना होवे, भावें किसी के घर में पशुओं और जीआं के मरण का मसला होवे जां सप्पां के एक जगह इकट्ठे होने की घटना होवे, मूर्तियों के दुध पीण का मसला होवे जां जमीन विचों धन के घड़े निकलण की घटना होवे, घर में कपड़िਆਂ ਨੂੰ अग लगती होवे जां कोई घर में खून के छिट्टे सकदा जां रोड़े इटे मारदा होवे। तरकशील अजिहे मसलिਆਂ ਨੂੰ हल करते रहे हैं ਅਤੇ करते रहणगे। भारत पंजाब ਵਿੱਚ अविग्यानक सोच ਅਤੇ ਇਹੋ ਜਿਹੀਆਂ घटनावां ਹੁੰਦੀਆਂ ਹੀ ਰਹਿੰਦੀਆਂ ਹਨ ਅਤੇ ਉਹਨਾਂ ਦਾ हल ਕਰਨ ਲਈ ਬਰਤਾਨੀਆ ਵਿੱਚ सरकारी अदारे सोशल सर्विस महकमिਆਂ वांग उत्थे घाट होने कारण बाबे साध पीर मौलीए लोगों का शोषण करते रहते हैं। समाजिक ताणाबाणा ਅਤੇ पढ़ाई का सिलेबस भी इन्हां विग्यानक ਅਤੇ मानसिक कारणों वाल उंगल नहीं करता। ज़्यादा लोगों की धार्मिक वृत्ति होने करके करामातां, डर, सहम, पाप पुण्य का चक्कर भी लोगों को तरकशील सोच तो दूर ले जाता है। पर यह डॉक्टर कपूर की पंजाबियों ही नहीं सगों अयोग्य समाज में सारे भारतीयों को ये एक बहुत बड़ी देन है जिन्होंने अखों परोखे नहीं किया जा सकता। 1976 में डॉक्टर कपूर की पत्नी जद मौत में प्यारे हो गई तो उन्होंने अपनी जीवन साथी का मृतक शरीर कोलंबो यूनीवर्सिटी के मैडिकल विभाग में सौंप दिता तो जो मैडिकल की पढ़ाई के विद्यार्थी उसकी चीर फाड़ तो फायदा उठा सकन। पंजाब के तरखीला ने भी इस पिरत को अगे बढ़ाया है। अज हालात ये हैं कि पंजाब के सारे मैडिकल कॉलेजों में मृतक शरीरों की कोई भी कमी नहीं है। इस तो अगे अंगदान, खूनदान और अखां दान के खेत्र में भी तरखील किसी तो भी पिछे नहीं हैं। एक बार की घटना है कि डॉक्टर कपूर नदी पार करने लई किश्ती उत्ते सवार हो गए। उस समय एक होर सवारी किश्ती में बैठ गई जो केरला का नंबूदरी ब्राह्मण सी। तीसरी सवारी जो किश्ती में चढ़न लगी तो ब्राह्मण जी ने उसने पूछा कि तू अछूत है। उसके हाँ कहने पर उसनूं किश्ती में बैठण तो ही रोक दिता। डॉक्टर कपूर के कहने पर वो व्यक्ति जब सवार होने लग्या तो नंबूदरी ब्राह्मण ने किश्ती विचों छाल मार दी और वो नदी में डुब्बण लगा। डॉक्टर कपूर के कहने पर उस अछूत व्यक्ति ने नंबूदरी ब्राह्मण को नदी में डुब्बण तो बचा लिया। उस तो बाद डॉक्टर कपूर ने ब्राह्मण को पूछा जे अछूत तेनों ना बचाता
तो तू हुण नूं इस दुनिया तो सदा लई चले जाना सी। ब्राह्मण कोल इसका कोई जवाब नहीं सी। ਤਰਕਸ਼ੀਲ ਇਨਸਾਨੀਅਤ ਨੂੰ ਮੂਰਤੀਆਂ ਗ੍ਰੰਥਾਂ ਅਤੇ ਸਥਾਨਾਂ ਨਾਲੋਂ ਵੱਧ ਸਮਝਦੇ ਹਨ ਅਤੇ ਇਹ ਗੱਲ ਵੀ ਸਪਸ਼ਟ ਹੈ ਕਿ ਇਨਸਾਨ ਹੀ ਇਹਨਾਂ ਮੂਰਤੀਆਂ ਗ੍ਰੰਥਾਂ ਅਤੇ ਸਥਾਨਾਂ ਦਾ ਸਿਰਜਣਹਾਰ ਹੈ। ਡਾਕਟਰ ਕਪੂਰ ਨੇ ਪਖੰਡੀਆਂ ਨੂੰ ਮਾਤ ਦੇਣ ਲਈ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਲਈ ਭਾਰਤ ਦੀਆਂ ਯਾਤਰਾਵਾਂ ਵੀ ਕੀਤੀਆਂ। ਉਹਨਾਂ ਦੁਨੀਆ ਭਰ ਦੇ ਅਖੌਤੀ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ, ਭੂਤਾਂ, ਪ੍ਰੇਤਾਂ, ਚੜੇਲਾਂ, ਰੂਹਾਂ, ਆਤਮਾਵਾਂ ਆਦਿ ਦੀ ਕਲਪਿਤ ਡਰਾਉਣ ਦੀ ਅਸਲੀਅਤ ਨੂੰ ਜਗ ਜ਼ਾਹਰ ਕਰ ਦਿੱਤਾ। ਉਸਨੇ ਖੋਜ ਪੜਤਾਲ ਅਤੇ ਵਿਗਿਆਨਕ ਸੋਚ ਦੇ ਪ੍ਰਸਾਰ ਲਈ ਸਾਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਤੀ ਅਤੇ ਇਸੇ ਕਰਕੇ ਸੰਸਾਰ ਪ੍ਰਸਿੱਧ ਚਿੰਤਕ ਮਨੋਵਿਗਿਆਨੀ ਡਾਕਟਰ ਅਬਰਾਹਮ ਥਾਮਸ ਕਪੂਰ ਅਮਰ ਰਹੇਗਾ ਅਤੇ ਉਹਦਾ ਨਾਮ ਲੋਕਾਂ ਦੇ ਮਨਾਂ ਉੱਤੇ ਉਕਰਿਆ ਰਹੇਗਾ। ਡਾਕਟਰ ਕਪੂਰ ਦੀ ਖੋਜ ਅੰਧ ਵਿਸ਼ਵਾਸਾਂ ਦੇ ਖਾਤਮੇ ਲਈ ਅੱਜ ਵੀ ਸਾਡਾ ਮਾਰਗਦਰਸ਼ਨ ਕਰਦੀ ਹੈ। ਡਾਕਟਰ ਕਪੂਰ ਦੀਆਂ ਦੋ ਮਸ਼ਹੂਰ ਕਿਤਾਬਾਂ ਅੰਗਰੇਜ਼ੀ ਵਿੱਚ ਲਿਖੀਆਂ ਹੋਈਆਂ ਹਨ, ਬੀ ਗੋਨ ਗੋਡਮੈਨ ਅਤੇ ਨੰਬਰ 2 ਗੋਡਸ, ਡੀਮਨਸ ਐਂਡ ਸਪਿਰਿਟਸ। ਇਹਨਾਂ ਦੋਨਾਂ ਕਿਤਾਬਾਂ ਦਾ ਤਰਜਮਾ ਪੰਜਾਬੀ ਵਿੱਚ ਵੀ ਮਿਲਦਾ ਹੈ। ਨੰਬਰ 1 ਤੇ ਦੇਵ ਔਰ ਸ਼ਾਰਗ ਹੈ, ਨੰਬਰ 2 ਦੇਵ, ਦੈਂਤ ਅਤੇ ਰੂਹਾਂ। ਇਹਨਾਂ ਦੋਵਾਂ ਕਿਤਾਬਾਂ ਨੇ ਪੰਜਾਬ ਵਿੱਚ ਅਤੇ ਭਾਰਤ ਵਿੱਚ ਤਰਕਸ਼ੀਲ ਲਹਿਰ ਨੂੰ ਸ਼ੁਰੂ ਕਰਨ ਅਤੇ ਵਧਣ ਫੁੱਲਣ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ। ਇਹਨਾਂ ਦੋ ਕਿਤਾਬਾਂ ਤੋਂ ਬਿਨਾਂ ਡਾਕਟਰ ਕਪੂਰ ਦੇ ਕੰਮਾਂ ਬਾਰੇ ਅੰਗਰੇਜ਼ੀ, ਕਨਾਡਾ, ਤਾਮਿਲ, ਮਲਿਆਲਮ, ਹਿੰਦੀ, ਸਿੰਹਾਲਾ ਅਤੇ ਬੰਗਾਲੀ ਵਿੱਚ ਵੀ ਕਿਤਾਬਾਂ ਲਿਖੀਆਂ ਗਈਆਂ ਹਨ। ਡਾਕਟਰ ਕਪੂਰ ਅਤੇ ਉਹਦੇ ਕੰਮਾਂ ਬਾਰੇ ਕਈ ਫਿਲਮਾਂ ਵੀ ਬਣੀਆਂ ਹਨ, ਜਿਵੇਂ 1972 ਵਿੱਚ ਮਲਿਆਲਮ ਫਿਲਮ ਪੁਨਰ ਜਨਮ, 1973 ਵਿੱਚ ਤਾਮਿਲ ਫਿਲਮ ਮਾਰੂ ਪਰਾਵੀ ਅਤੇ ਤੇਲਗੂ ਫਿਲਮ ਨਿਨਥਕਥਾ ਡਾਕਟਰ ਕਪੂਰ ਦੀ ਕੇਸ ਡਾਇਰੀ ਉੱਪਰ ਆਧਾਰਿਤ ਹੈ। ਪੀਕੇ ਫਿਲਮ 2014 ਵਿੱਚ ਅਮੀਰ ਖਾਨ ਦਾ ਕਿਰਦਾਰ ਡਾਕਟਰ ਕਪੂਰ ਤੋਂ ਪ੍ਰਭਾਵਿਤ ਹੈ। ਇਨਸਾਨੀਅਤ ਨੂੰ ਸਮਰਪਿਤ ਭਾਰਤੀਆਂ ਯੁਕਤੀਵਾਦੀ ਸੰਗਮ ਨੇ ਏ.ਟੀ. ਕਪੂਰ ਦੇ ਨਾਮ ਉੱਤੇ ਇੱਕ ਕੌਮੀ ਇਨਾਮ ਨੈਸ਼ਨਲ ਅਵਾਰਡ ਸ਼ੁਰੂ ਕੀਤਾ ਹੈ। ਇਸ ਸੰਸਥਾ ਨੇ ਸਭ ਤੋਂ ਪਹਿਲਾ ਨਾਮ ਮਾਨਵਵਾਦੀ ਆਰਟਿਸਟ ਫਿਲਮ ਸਟਾਰ ਕਮਲ ਹਸਨ ਨੂੰ ਉਹਦੀਆਂ ਮਾਨਵਵਾਦੀ ਗਤੀਵਿਧੀਆਂ ਅਤੇ ਇਨਸਾਨੀਅਤ ਨੂੰ ਆਪਣੀ ਜ਼ਿੰਦਗੀ ਸਮਰਪਿਤ ਬਦਲੇ ਦਿੱਤਾ। ਡਾਕਟਰ ਕਪੂਰ ਵਰਗੇ ਧਰੂ ਤਾਰੇ ਇਨਸਾਨੀਅਤ ਲਈ ਸਦਾ ਚਮਕਦੇ ਰਹਿਣਗੇ ਅਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਸ ਕੰਮ ਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਲੋਕਾਂ ਦੀ ਲੁੱਟ-ਖਸੁੱਟ ਰੁਕ ਸਕੇ ਅਤੇ ਸਾਰੇ ਲੋਕ ਵਿਗਿਆਨਕ ਲੀਹਾਂ ਉੱਤੇ ਚੱਲ ਕੇ ਅੰਧ ਵਿਸ਼ਵਾਸਾਂ, ਵਹਿਮਾਂ ਭਰਮਾਂ ਤੋਂ ਮੁਕਤ ਖੁਸ਼ਹਾਲ ਜ਼ਿੰਦਗੀ ਬਸਰ ਕਰ ਸਕਣ। ਡਾਕਟਰ ਕਪੂਰ ਦੇ ਅਨਮੋਲ ਵਚਨ ਹਨ। ਨੰਬਰ 1 ਉਹ ਇਨਸਾਨ ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਕਰਨ ਦੀ ਆਗਿਆ ਨਹੀਂ ਦਿੰਦਾ, ਉਹ ਧੋਖੇਬਾਜ਼ ਹੁੰਦਾ ਹੈ। ਨੰਬਰ 2 ਜਿਸ ਇਨਸਾਨ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ, ਉਹ ਲਾਈਡਗ ਹੁੰਦਾ ਹੈ। ਨੰਬਰ 3 ਜਿਹੜਾ ਇਨਸਾਨ ਬਗੈਰ ਪੜਤਾਲ ਕੀਤੇ ਤੋਂ ਬਿਨਾਂ ਵਿਸ਼ਵਾਸ ਕਰਦਾ ਹੈ, ਉਹ ਮੂਰਖ ਹੁੰਦਾ ਹੈ। ਡਾਕਟਰ ਕਪੂਰ ਨੇ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਤੱਕ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਲਈ ਜਦੋਜਹਿਦ ਕੀਤੀ। ਉਸ ਨੂੰ ਵਿਗਿਆਨ ਅਤੇ ਵਿਗਿਆਨਕ ਢੰਗਾਂ ਵਿੱਚ ਅਟੁੱਟ ਵਿਸ਼ਵਾਸ ਸੀ। ਉਸ ਨੇ ਹਰ ਘਟਨਾ ਪਿੱਛੇ ਕੰਮ ਕਰਦੇ ਵਿਗਿਆਨਕ ਕਾਰਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਭਾਵੇਂ ਡਾਕਟਰ ਕਪੂਰ ਅੱਜ ਸਾਡੇ ਵਿੱਚ ਨਹੀਂ ਹਨ, ਫਿਰ ਵੀ ਉਹਨਾਂ ਦਾ ਆਦਰਸ਼ ਕਿ ਧਰਤੀ ਉੱਤੋਂ ਭਰਮਾਂ ਵਹਿਮਾਂ ਨੂੰ ਸਦਾ ਲਈ ਖਤਮ ਕੀਤਾ ਜਾਵੇ ਕਾਇਮ ਹੈ। ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਡਾਕਟਰ ਕਪੂਰ ਦੀ ਪਹਿਲੀ ਪੁਸਤਕ ਬੀ ਗੋਨ ਗੋਡਮੈਨ ਅਤੇ ਦੇਵ ਔਰ ਸ਼ਾਰਗ ਹੈ ਉਹਨਾਂ ਦੇ ਜੀਂਦੇ ਜੀ ਹੀ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਉਹ ਕਿਤਾਬ ਇੰਨੀ ਜ਼ਿਆਦਾ ਹਰਮਨ ਪਿਆਰੀ ਹੋਈ ਕਿ 2 ਸਾਲਾਂ ਵਿੱਚ ਉਸ ਨੂੰ ਕਈ ਵਾਰ ਛਾਪਿਆ ਗਿਆ। ਡਾਕਟਰ ਕਪੂਰ ਅਨੁਸਾਰ ਦੁਨੀਆ ਦੀਆਂ ਕੁੱਲ ਲੜਾਈਆਂ ਦਾ 2/3 ਭਾਗ ਧਰਮਾਂ ਦੇ ਨਾਮ ਉੱਤੇ ਹੀ ਹੋਇਆ ਸੀ। ਅਮਰੀਕਾ ਵਿੱਚ ਕਾਲੇ ਅਫਰੀਕਨ ਲੋਕ ਗਏ ਅਤੇ ਗੋਰੇ ਅੰਗਰੇਜ਼, ਯੂਰਪ ਵਿੱਚ ਰੋਮਨ ਅਤੇ ਕੈਥੋਲਿਕ, ਮੱਧ ਏਸ਼ੀਆ ਵਿੱਚ ਯਹੂਦੀ ਅਤੇ ਇਸਲਾਮੀ, ਭਾਰਤ ਵਿੱਚ ਹਿੰਦੂ, ਮੁਸਲਿਮ ਅਤੇ ਸਿੱਖ ਅਤੇ ਲੰਕਾ ਵਿੱਚ ਤਾਮਿਲ ਅਤੇ ਮਨਹਾਲੀ ਵੱਖ-ਵੱਖ ਧਰਮਾਂ ਦੇ ਝੰਡੇ ਹੇਠ ਲੋਕਾਂ ਦਾ ਕਤਲੇਆਮ ਕਰ ਰਹੇ ਹਨ। ਇਹ ਭਰਾਮਾਰ ਲੜਾਈਆਂ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾ ਕੇ ਹੀ ਖਤਮ ਕੀਤੀਆਂ ਜਾ ਸਕਦੀਆਂ ਹਨ। ਡਾਕਟਰ ਕਪੂਰ ਏਸ਼ੀਆ ਦਾ ਇੱਕੋ ਇੱਕ ਅਜਿਹਾ ਵਿਗਿਆਨੀ ਸੀ ਜਿਸ ਨੂੰ ਅਮਰੀਕਾ ਦੇ ਜਾਨਵਰਾਂ ਅਤੇ ਪੌਦਿਆਂ ਸੰਬੰਧੀ ਖੋਜ ਵਾਲੇ ਮਹਿਕਮੇ ਨੇ ਭਾਰਤੀ ਸਮੁੰਦਰ ਅਤੇ ਖਾੜੀ ਦੇ ਹੋਰ ਦੇਸ਼ਾਂ ਦੇ ਸਮੁੰਦਰਾਂ ਵਿੱਚੋਂ ਅਜਿਹੀਆਂ ਵਸਤੂਆਂ ਇਕੱਠੀਆਂ ਕਰਨ ਲਈ ਸੱਦਿਆ ਸੀ ਜਿਹੜੀਆਂ ਜੀਵ ਵਿਕਾਸ ਦੀ ਖੋਜ ਵਿੱਚ ਰਹਿ ਰਹੇ ਖੱਪੇ ਨੂੰ ਪੂਰਾ ਕਰ ਸਕਣ। ਪਰੰਤੂ ਉਸ ਦੀ ਪਤਨੀ ਦੀ ਲੰਬੀ ਬਿਮਾਰੀ ਅਤੇ ਮੌਤ ਕਰਕੇ ਉਸ ਨੂੰ ਇਹ ਸੱਦਾ ਪੱਤਰ ਨਾਮਨਜ਼ੂਰ ਕਰਨਾ ਪਿਆ ਸੀ। ਡਾਕਟਰ ਕਪੂਰ ਨੇ ਲਿਖਿਆ, ਸਾਰੇ ਬੱਚਿਆਂ ਦੀ ਤਰ੍ਹਾਂ ਮੈਨੂੰ ਵੀ ਬਚਪਨ ਵਿੱਚ ਆਪਣੇ ਮਾਪਿਆਂ ਵੱਲੋਂ ਧਰਮ ਅਤੇ ਝੂਠੇ ਵਿਸ਼ਵਾਸਾਂ ਦੀ ਸਿੱਖਿਆ ਦਿੱਤੀ ਗਈ ਸੀ। ਜਵਾਨੀ ਵਿੱਚ ਮੇਰੇ ਲਈ ਉਹ ਇਹਨਾਂ ਝੂਠੇ ਵਿਸ਼ਵਾਸਾਂ ਤੋਂ ਬਚਣਾ ਪਹਾੜ ਜਿਹੜਾ ਕੰਮ ਸੀ। ਉਸੇ ਗਲਤੀ ਨੂੰ ਦੁਹਰਾਉਣ ਤੋਂ ਬਚਣ ਲਈ ਡਾਕਟਰ ਕਪੂਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਧਰਮ ਦੇ ਨਾਮ ਉੱਤੇ ਅਜਿਹੇ ਗਲਤ ਵਿਚਾਰਾਂ ਦੀ ਸਿੱਖਿਆ ਨਾ ਦੇਣ ਦਾ ਫੈਸਲਾ ਕੀਤਾ। ਆਪਣੇ ਪਿਤਾ ਦੇ ਪਦ ਚਿੰਨ੍ਹਾਂ ਉੱਤੇ ਚੱਲਦੇ ਹੋਏ ਪ੍ਰੋਫੈਸਰ ਏਰੀਜ਼ ਕਪੂਰ ਨੇ ਆਪਣੇ 3 ਪੁੱਤਰਾਂ ਨੂੰ ਧਰਮ ਦੇ ਭੂਰਾ ਨਿਸ਼ਾਨ ਤੋਂ ਬਗੈਰ ਪਾਲਣ ਦਾ ਫੈਸਲਾ ਕੀਤਾ। ਇਸ ਕੰਮ ਵਿੱਚ ਉਸ ਦੀ ਬੁੱਧੀਮਾਨ ਪਤਨੀ ਜੈਕਲੀਨ ਕਪੂਰ ਨੇ ਪੂਰਾ ਸਾਥ ਦਿੱਤਾ। 1976 ਵਿੱਚ
ਡਾਕਟਰ ਕਪੂਰ ਦੀ ਪਤਨੀ ਦੀ ਮੌਤ ਦੀ ਖਬਰ ਨੇ ਸ਼੍ਰੀਲੰਕਾ ਵਿੱਚ ਸਨਸਨੀ ਫੈਲਾ ਦਿੱਤੀ ਸੀ। ਉੱਥੋਂ ਦੀ ਪਾਰਲੀਮੈਂਟ ਵਿੱਚ ਉਸ ਦੀ ਮੌਤ ਉੱਤੇ ਹੇਠ ਲਿਖਿਆ ਸੰਦੇਸ਼ ਪੜ੍ਹਿਆ ਗਿਆ। ਸ਼੍ਰੀਮਤੀ ਕੁੰਜ਼ਾਮਾ ਕਪੂਰ ਆਪਣੀ ਆਤਮਾ ਜਾਂ ਰੂਹ ਨੂੰ ਛੱਡੇ ਬਗੈਰ ਚੱਲ ਵਸੀ ਤਾਂ ਜੋ ਉੱਥੋਂ ਦੇ ਲਾਈਲਗ ਲੋਕ ਫਿਕਰਾਂ ਵਿੱਚ ਨਾ ਪੈਣ। ਭਾਵੇਂ ਇਸ ਮੌਤ ਦੀ ਖਬਰ ਸ਼੍ਰੀਲੰਕਾ ਦੇ ਸਾਰੇ ਅਖਬਾਰਾਂ ਵਿੱਚ ਛਪੀ ਸੀ, ਪਰੰਤੂ ਉੱਥੇ ਰੇਡੀਓ ਤੋਂ ਇਹ ਖਬਰ ਨਸ਼ਰ ਨਹੀਂ ਸੀ ਕੀਤੀ ਗਈ। ਜਦੋਂ ਇਹ ਸਵਾਲ ਪਾਰਲੀਮੈਂਟ ਵਿੱਚ ਉੱਥੋਂ ਦੇ ਪ੍ਰਸਾਰਣ ਮੰਤਰੀ ਨੂੰ ਪੁੱਛਿਆ ਗਿਆ ਤਾਂ ਉਹਨੇ ਦੱਸਿਆ ਕਿ ਇਹ ਖਬਰ ਇੱਕ ਬੁੱਧ ਭਿਕਸ਼ੂ ਅਤੇ ਈਸਾਈ ਪਾਦਰੀ ਦੀ ਸਲਾਹ ਲੈਣ ਤੋਂ ਬਾਅਦ ਨਸ਼ਰ ਨਹੀਂ ਕੀਤੀ ਗਈ। ਇਹ ਅਜੀਬ ਸੀ ਕਿ ਬੁੱਧ ਭਿਕਸ਼ੂ ਅਤੇ ਈਸਾਈ ਪਾਦਰੀ ਇਸ ਵਿਸ਼ਵਾਸ ਵਿੱਚ ਹਿੱਸੇਦਾਰ ਸਨ ਕਿ ਇਨਸਾਨ ਦੀ ਆਤਮਾ ਉਸ ਦੇ ਪਵਿੱਤਰ ਦਿਲ ਵਿੱਚ ਹੁੰਦੀ ਹੈ। ਡਾਕਟਰ ਕਪੂਰ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਕੰਮਾਂ ਨੂੰ ਬਦਸ਼ਗਨੀ ਦੇ ਮੌਕਿਆਂ 'ਤੇ ਸ਼ੁਰੂ ਕੀਤਾ। ਇਹ ਸਾਰਾ ਕੁਝ ਉਸ ਨੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਕੀਤਾ ਕਿ ਚਮਤਕਾਰੀ ਸ਼ਕਤੀਆਂ ਦਾ ਦਾਅਵਾ ਸਿਰਫ ਫਰੇਬੀ ਅਤੇ ਮਾਨਸਿਕ ਤੌਰ 'ਤੇ ਬਿਮਾਰ ਲੋਕ ਹੀ ਕਰਦੇ ਹਨ। ਇਹ ਤਾਂ ਸੀ ਜੀ ਮੇਰਾ ਇਹ ਜਿਹੜਾ ਲੇਖ ਜਿਹੜਾ ਆਪਣਾ ਡਾਕਟਰ ਕਪੂਰ ਵਾਸੀ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ ਮੈਂ ਫਕੀਰ ਚੰਦ ਚੌਹਾਨ ਬੋਲਦਾ ਬਰਮਿੰਘਮ ਤੋਂ। ਚੌਹਾਨ ਸਾਹਿਬ ਤੁਹਾਡਾ ਵੈਲਕਮ, ਖੁਸ਼ ਆਮਦੀਦ। ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਜਿਹੜਾ ਅੱਜ ਆਪਣੇ ਡਾਕਟਰ ਅਬਰਾਹਮ ਕਪੂਰ ਬਾਰੇ ਉਹਨਾਂ ਦਾ ਦੇਹਾਂਤ 18 ਸਤੰਬਰ 1978 ਨੂੰ ਹੋਇਆ ਸੀ। ਹਾਂਜੀ, ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ। ਥੈਂਕ ਯੂ ਜੀ, ਥੈਂਕ ਯੂ। ਕਿਉਂਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਹੀ, ਕਿਉਂਕਿ ਜਿਹੜਾ ਤਰਕਵਾਦ ਆ ਇਹਦੇ ਬਾਰੇ ਦੇਖੋ ਵੀ ਆਪਣੇ ਭਾਰਤ ਦੇ ਵਿੱਚ ਬਹੁਤ ਚਰਚਾ ਘੱਟ ਹੁੰਦੀ ਹੈ, ਕਿਉਂਕਿ ਜ਼ਿਆਦਾ ਲੋਕ ਜਿਹੜੇ ਅੰਧ ਵਿਸ਼ਵਾਸੀ ਹੈ। ਹਾਂਜੀ, ਹੁਣ ਉਹਨਾਂ ਦਾ ਦੇਖੋ ਵੀ ਪਹਿਲਾਂ ਤਾਂ ਵੱਡੀ ਗੱਲ ਆ ਵੀ ਜਿਹੜੀ ਜਿੱਥੇ ਉਹਨਾਂ ਦਾ ਜਨਮ ਹੋਇਆ ਕੇਰਲਾ ਸਟੇਟ, ਇਹ ਇੱਥੇ ਬਹੁਤ ਜਾਨੀ ਰੂੜਵਾਦੀ ਲੋਕ ਸੀਗੇ। ਕਿਉਂਕਿ ਕੇਰਲਾ ਸਟੇਟ ਬਾਅਦ ਚ ਬਣੀ ਆ, ਪਹਿਲਾਂ ਇਹ ਬ੍ਰਾਹਮਣੀ ਰਾਜ ਸੀਗੇ। ਹਾਂਜੀ, ਜਿਹੜਾ ਤੁਸੀਂ ਜ਼ਿਕਰ ਵੀ ਕੀਤਾ ਵੀ ਇੱਥੇ ਬਹੁਤ ਛੂਤ-ਛਾਤ ਸੀ, ਕਿਉਂਕਿ ਇੱਥੇ ਬਹੁਤ ਵੱਡਾ ਅੰਦੋਲਨ ਚੱਲਿਆ ਵਾਈਕਮ। ਉਹ ਜਾਨੀ ਮਤਲਬ ਸਵਾਮੀ ਪ੍ਰਿਆਰ ਨੇ ਜਾਨੀ ਮਤਲਬ ਉਹ ਜਿੱਤਿਆ ਸੀ 1925 ਦੇ ਵਿੱਚ। ਹਾਂਜੀ ਹਾਂਜੀ, ਬਿਲਕੁਲ। ਜਿਹੜਾ ਤੁਸੀਂ ਜ਼ਿਕਰ ਵੀ ਕੀਤਾ ਵੀ ਸੜਕਾਂ ਤੇ ਮੰਦਰਾਂ ਤੇ ਜਾਨੀ ਉਹ ਤੁਰ ਨਹੀਂ ਸੀ ਦਿੰਦੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਕਿਉਂਕਿ ਉਹ ਇਦਾਂ ਸੀਗੀ ਵੀ ਉਹ ਦੇਖੋ ਪਹਿਲਾਂ ਤਾਂ ਕਿੰਨੀ ਮਾੜੀ ਗੱਲ ਆ ਵੀ ਉਹ ਕੇਰਲਾ ਦੇ ਵਿੱਚ ਤਾਂ ਵਿੱਦਿਆ ਕਾਫੀ ਹੈ। ਹਾਂਜੀ, ਪਰ ਫਿਰ ਵੀ ਉਹ ਲੋਕ ਇਹਨਾਂ ਗੱਲਾਂ 'ਚ ਯਕੀਨ ਰੱਖਦੇ ਵੀ ਜਿਹੜੀ ਉੱਥੇ ਦੀ ਇਹ ਨੰਬੂਦਰੀ ਜਿਹੜੀ ਆ ਇਹ ਬ੍ਰਾਹਮਣਾਂ ਦੀ ਇੱਕ ਕਾਸਟ ਆ। ਹਾਂਜੀ, ਤੇ ਦੂਸਰੇ ਪਾਸੇ ਜਿਹੜੇ ਦਲਿਤ ਆ ਉਹਨਾਂ ਦੀ ਈਜ਼ਵਾ ਕਾਸਟ ਆ। ਹਾਂਜੀ, ਯਾਨੀ ਉਹਨਾਂ ਨੂੰ ਇੰਨੀ ਮਨਾਹੀ ਸੀਗੀ ਵੀ ਜਿਹੜਾ ਜ਼ਿਕਰ ਵੀ ਤੁਸੀਂ ਕੀਤਾ ਵੀ ਦੇਖੋ ਉੱਥੇ ਕਈ ਤਾਂ ਜਾਨੀ ਪਹਿਲਾਂ ਜਿੱਦਾਂ ਹੁੱਕਾ ਦਿੰਦੇ ਸੀ ਵੀ ਬ੍ਰਾਹਮਣ ਆ ਰਿਹਾ ਵੀ ਸੜਕਾਂ ਤੋਂ ਪਿੱਛੇ ਹਟ ਜਾਓ। ਦੇਖੋ ਕਿੰਨੀ ਮਾੜੀ ਗੱਲ ਆ ਵੀ ਉਹ ਵੀ ਇਨਸਾਨ ਆ। ਪਰ ਜਿੱਦਾਂ ਇਹਨਾਂ ਦੀ ਹੁਣ ਜੀਵਨੀ ਦਾ ਤੁਸੀਂ ਜ਼ਿਕਰ ਵੀ ਕੀਤਾ ਵੀ ਇਹ ਜਿਹੜਾ ਈਸਾਈ ਪਰਿਵਾਰ ਇਹ ਵੀ ਬਹੁਤ ਜਾਨੀ ਅੰਧ ਵਿਸ਼ਵਾਸੀ ਸੀਗੇ। ਹਾਂਜੀ ਹਾਂਜੀ, ਕਿਉਂਕਿ ਜਿਉਂ-ਜਿਉਂ ਇਹਨਾਂ ਦੀ ਫਿਰ ਪਤਾ ਲੱਗਾ ਤਾਂ ਇਹਨਾਂ ਦਾ ਫਿਰ ਜਾਨੀ ਘਰ ਦੇ ਵੀ ਇਹਨਾਂ ਤੋਂ ਹੋਗਾ ਵੀ ਇਹਨਾਂ ਦੇ ਇਹਦੇ ਤਾਂ ਖਿਆਲ ਹੋ ਰਿਹਾ। ਕਿਉਂਕਿ ਉਹਨੀ ਮਤਲਬ ਉਹ ਜਿਹੜੇ ਵਿਚਾਰਾਂ ਨੂੰ ਜਾਨੀ ਪਹਿਲਾਂ ਆਪ ਛੱਡਿਆ। ਹਾਂਜੀ, ਬਿਲਕੁਲ ਜੀ, ਬਿਲਕੁਲ। ਕਿਉਂਕਿ ਜਿਹੜਾ ਅੰਧ ਵਿਸ਼ਵਾਸ ਆ ਜਾਨੀ ਉਹਨੂੰ ਜਦ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਅੰਧ ਵਿਸ਼ਵਾਸ ਹੈ ਤਾਂ ਉਹਨਾਂ ਨੂੰ ਵੀ ਹੁਣ ਜ਼ਿੰਦਗੀ ਦੇ ਵਿੱਚ ਜੋ ਕੁਛ ਉਹਨੇ ਕੀਤਾ। ਕਾਲਜ ਦਾ ਵੀ ਤੁਸੀਂ ਜ਼ਿਕਰ ਕੀਤਾ ਵੀ ਉਹ ਕਲਕੱਤੇ ਪੜ੍ਹਦੇ ਸੀ। ਉਹ ਪਾਣੀ ਦਾ ਤੁਸੀਂ ਦੇਖੋ ਵੀ ਉਹ ਪਾਣੀ ਤਾਂ ਉਹ ਰੇਲਵੇ ਵਾਲਿਆਂ ਨੇ ਉਹਨਾਂ ਨੂੰ ਬੋਤਲਾਂ ਦਿੱਤੀਆਂ ਸੀ। ਬਿਲਕੁਲ ਜੀ, ਬਿਲਕੁਲ ਬਿਲਕੁਲ। ਕਿਉਂਕਿ ਉਹਨੇ ਉੱਥੋਂ ਗੰਗਾ ਚੋਂ ਨਹੀਂ ਸੀ ਲਿਆਂਦਾ, ਉਹ ਰੇਲਵੇ ਵਾਲਿਆਂ ਨੇ ਦਿੱਤੀਆਂ ਵੀ ਸਾਨੂੰ ਇਹ ਪਾਣੀ ਫਿਲਟਰ ਕੀਤਾ ਆ ਵੀ ਤੁਸੀਂ ਵਰਤਿਓ। ਉਹਨੇ ਕਿਹਾ ਵੀ ਅਸੀਂ ਮਤਲਬ ਗੰਗਾ ਜਲ ਹੈ। ਔਰ ਕਿੱਦਾਂ ਉਹਨੇ ਕਿਹਾ ਵੀ ਇਹ ਸਭ ਠੀਕ ਹੋ ਗਿਆ, ਏਦਾਂ ਹੋ ਗਿਆ। ਔਰ ਬਾਕੀ ਤਾਂ ਬੜੀ ਗੱਲ ਆ ਵੀ ਉਹਨੇ ਇੰਨਾ ਧਿਆਨ ਕੀਤਾ। ਉਹ ਬੌਧ ਧਰਮ ਬਾਰੇ ਵੀ ਉਹਨੇ ਜਿਹੜਾ ਮੈਂ ਪੜ੍ਹਿਆ ਉਹਨਾਂ ਦੇ ਬਾਰੇ, ਕਿਉਂਕਿ ਉਹ ਬਹੁਤ ਦੇਰ ਲੰਕਾ 'ਚ ਵੀ ਰਹੇ ਆ। ਹਾਂਜੀ ਹਾਂਜੀ, ਬਹੁਤ ਦੇਰ ਰਹੇ ਉੱਥੇ। ਹਾਂਜੀ, ਤੇ ਇੱਥੇ ਕੇਰਲਾ 'ਚ ਵੀ ਰਹੇ ਆ। ਤਾਂ ਪਰ ਉਹ ਜਿਹੜਾ ਉਹਨੇ ਖੋਜ ਕਰਕੇ ਦੱਸਿਆ ਵੀ ਜਿਹੜਾ ਬੁੱਧ ਰੈਸ਼ਨਲਿਸਟ ਸੀਗਾ ਉਹ ਆਤਮਾ ਪ੍ਰਮਾਤਮਾ ਅਵਤਾਰਵਾਦ ਨੂੰ ਮੰਨਦਾ ਨਹੀਂ ਸੀ। ਬਿਲਕੁਲ ਜੀ, ਬਿਲਕੁਲ। ਪਰ ਉਹ ਬਾਅਦ ਦੇ ਵਿੱਚ ਜਿਹੜੀ ਜਿਉਂ ਹਿਸਟਰੀ ਚੱਲ ਰਹੀ ਆ ਉਹਨੇ ਬ੍ਰਾਹਮਣਾਂ ਨੇ ਉਹਨੂੰ ਵੀ ਜਾਨੀ ਵਿਸ਼ਨੂੰ ਦਾ ਨਵਾਂ ਅਵਤਾਰ ਬਣਾ ਦਿੱਤਾ। ਇਦਾਂ ਹੀ ਹੈ ਜੀ, ਇਦਾਂ ਹੀ, ਇਦਾਂ ਹੀ। ਕਿਉਂਕਿ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਉਹ ਸਾਰਾ ਕੁਝ ਆਉਂਦਾ। ਦਲਾਈ ਲਾਮਾ ਵੀ ਤਾਂ ਉਹੋ ਜਿਹਾ ਹੀ ਹੈ। ਨਹੀਂ, ਉਹ ਦੇਖੋ ਬੜੀ ਤਾਂ ਗੱਲ ਇਹ ਹੈਗੀ ਆ ਵੀ ਲੋਕ ਜਿਹੜੇ ਹੈਗੇ ਆ ਉਹ ਅਸਲੀਅਤ ਨੂੰ ਛੱਡ ਕੇ ਗਲਤ ਪਾਸੇ ਤੁਰ ਪੈਂਦੇ ਆ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਪਰ ਉਹਨੇ ਇਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਉਹਨਾਂ ਦੇ ਵਿੱਚ ਦੱਸਿਆ ਸਾਰਾ ਕੁਝ। ਹੁਣ ਜਿੱਦਾਂ ਪੁਰੋਹਿਤਵਾਦ ਜਿਹੜਾ ਆ, ਪੁਰੋਹਿਤਵਾਦ ਕਿੰਨੀ ਵੱਡੀ ਸਮੱਸਿਆ ਹੈ ਇੰਡੀਆ ਦੇ ਵਿੱਚ। ਹਾਂਜੀ 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 ਹਾਂਜੀ। ਔਰ ਲੋਕ ਜਿਹੜੇ ਗਰੀਬ ਆ, ਕਿਰਤੀ ਵਰਗ ਆ, ਕਿੱਦਾਂ ਲੁੱਟ ਹੋ ਰਿਹਾ ਹੈ।
ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਇੱਕ ਮੈਂ ਜ਼ਿਕਰ ਪੜਿਆ ਵੀ ਇੱਕ ਮੰਦਿਰ ਦਾ ਪੁਜਾਰੀ ਜਾਨੀ ਉਹਨੇ ਇਹ ਮਤਲਬ ਕਿਹਾ ਵੀ ਮੈਂ ਇੱਕਦਮ ਜਿੰਨਾ ਮੈਨੂੰ ਚੜਾਵਾ ਤਾਂ ਅੱਗੇ ਆਉਂਦਾ ਸੀ ਬਹੁਤ, ਉਹਦੇ ਵਿੱਚ ਉਹਦਾ ਜ਼ਿਕਰ ਆਉਂਦਾ ਵੀ ਉਹ ਪੁਜਾਰੀ ਨੇ ਸਕੀਮ ਬਣਾਈ ਵੀ ਮੈਂ ਕਹਿ ਦੇਵਾਂ ਵੀ ਜਿਹੜੀ ਇੱਥੇ ਮਾਤਾ ਆ ਵੀ ਇਹਨੂੰ ਖੂਨ ਲੱਪਿਆ ਆਉਣ, ਔਰ ਲੋਕ ਇੰਨੇ ਲੱਪੇ ਹੈ ਨਾ ਆਉਣ ਵੀ ਉਹ ਜਾਨੀ ਜ਼ਿਆਦਾ ਚੜਾਵਾ ਲੱਪਿਆ ਆਉਣ। ਪਰ ਉਹ ਸਹੀ ਗੱਲ ਇਹ ਸੀ ਵੀ ਉਹਨੂੰ ਉਹ ਜਿਹੜੇ ਕੱਪੜੇ ਜਦੋਂ ਖੂਨ ਲੱਗਿਆ ਸੀ ਉਹਦੀ ਘਰ ਵਾਲੀ ਤੇ ਲੜਕੀਆਂ ਦਾ ਵਰਤਦਾ ਸੀ, ਦੱਸੋ ਜਾਨੀ ਉਹਨੂੰ ਇੰਨੇ ਪੈਸੇ ਜਮ੍ਹਾਂ ਕਰ ਲਏ ਤਾਂ ਫਿਰ ਉਹ ਉੱਥੋਂ ਚਲੇ ਗਿਆ ਪੈਸੇ ਵੱਟ ਕੇ। ਹੋਰ ਵੀ ਜਿੰਨੀਆਂ ਵੀ ਉਹਨਾਂ ਦੀਆਂ ਲਿਖਤਾਂ ਤੁਸੀਂ ਦੇਖੋ ਵੀ ਕਿਸੇ ਨੇ ਇੰਨੀ ਚੁਣੌਤੀ ਨਹੀਂ ਦਿੱਤੀ ਇਹਨਾਂ ਲੋਕਾਂ ਨੂੰ। ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਜਿੰਨੇ ਵੀ ਆ ਪਖੰਡੀ ਬਾਬੇ ਆ ਜਾਂ ਕਿੱਦਾਂ, ਇਹ ਤਾਂ ਬਿਲਕੁਲ ਇਹਨਾਂ ਨੂੰ ਪਹਿਲਾਂ ਹੀ ਅਬਰਾਹਿਮ ਕਬੂਰ ਨੇ ਚੁਣੌਤੀ ਦਿੱਤੀ। ਐਬਸੋਲੂਟਲੀ ਐਬਸੋਲੂਟਲੀ। ਕਿਉਂਕਿ ਉਹਨਾਂ ਨੂੰ ਦੱਸਿਆ ਵੀ ਤੁਸੀਂ ਮੈਨੂੰ ਦੱਸੋ ਵੀ ਕਿੱਥੇ ਭੂਤ ਆ, ਕਿੱਥੇ ਚੜੇਲਾ ਆ, ਕਿਤੇ ਆ ਸਾਰਾ ਕੁਝ ਵੀ ਨਹੀਂ ਦੱਸਿਆ, ਕਿਉਂਕਿ ਉਹ ਤਾਂ ਆਪ ਸ਼ਮਸ਼ਾਨ ਘਾਟਾਂ ਦੇ ਵਿੱਚ ਸੌਂਦੇ ਸੀ। ਹਾਂਜੀ ਹਾਂਜੀ ਹਾਂਜੀ। ਏਦਾਂ ਕੋਈ ਦੇਖੋ ਕੋਈ ਕਰਦਾ ਸੀ, ਔਰ ਹੋਰ ਵੀ ਉਹਨੇ ਜੋ ਕੋਈ ਦੱਸਿਆ ਉਹਨੇ ਉਹ ਸਾਰਾ ਪਰਦਾਫਾਸ਼ ਕੀਤਾ। ਪਰ ਚੌਹਾਨ ਸਾਹਿਬ ਇੱਥੇ ਇੰਗਲੈਂਡ ਵਿੱਚ ਆਣ ਕੇ ਵੀ ਜਾਂ ਅਮਰੀਕਾ ਕੈਨੇਡਾ ਜਾਂ ਯੂਰਪੀਅਨ ਕੰਟਰੀਜ਼ ਵਿੱਚ ਆਣ ਕੇ ਸਾਡੇ ਲੋਕ ਹਜੇ ਵੀ ਇਸ ਦਲਦਲ ਵਿੱਚ ਬਹੁਤ ਬੁਰੀ ਤਰ੍ਹਾਂ ਫਸੇ ਪਏ ਆ। ਨਹੀਂ ਉਹਨਾਂ ਦੇਖੋ ਜਿਹੜੇ ਵਿਚਾਰ ਆ, ਪਹਿਲਾਂ ਤਾਂ ਵੱਡੀ ਗੱਲ ਆ ਵੀ ਇਹਦੇ ਵਿੱਚ ਜਿਹੜੇ ਧਾਰਮਿਕ ਲੋਕਾਂ ਦਾ ਬਹੁਤ ਹੈਗਾ, ਕਿਉਂਕਿ ਉਹ ਧਾਰਮਿਕ ਲੋਕ ਜੇ ਉਹ ਤਰਕਵਾਦ ਆਉਂਦਾ ਤਾਂ ਉਹਨਾਂ ਦੀ ਕਮਾਈ ਘਟਦੀ ਹੈ। ਹਾਂਜੀ ਹਾਂਜੀ। ਕਿਉਂਕਿ ਜਿਹੜੇ ਹੁਣ ਬਾਬੇ ਆ ਤੁਸੀਂ ਦੇਖੋ ਉਹ ਸਾਰਾ ਹੀ ਅੰਧ ਵਿਸ਼ਵਾਸ ਹੈ। ਜਿੱਦਾਂ ਹੁਣ ਸਾਈਂ ਬਾਬਾ ਸੀਗਾ, ਸਾਈਂ ਬਾਬੇ ਨੂੰ ਬਾਅਦ ਦੇ ਵਿੱਚ ਤਰਕਸ਼ੀਲਾ ਨੇ ਚੁਣੌਤੀ ਦਿੱਤੀ ਹੈ। ਬਿਲਕੁਲ ਜੀ ਬਿਲਕੁਲ। ਕਿਉਂਕਿ ਉਹ ਤਾਂ ਵੱਡੀ ਗੱਲ ਹੈ ਵੀ ਸਰਕਾਰ ਖੁਦ ਚਾਹੁੰਦੀ ਹੈ ਵੀ ਇਦਾਂ ਦਾ ਅੰਧ ਵਿਸ਼ਵਾਸ ਹੋਵੇ। ਹੁਣ ਤੁਸੀਂ ਦੇਖੋ ਭਾਰਤ ਦੇ ਵਿੱਚ ਤੁਸੀਂ ਦੇਖੋ ਵੀ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਕੈਬਨਿਟ ਮੰਤਰੀ ਉਹ ਤਾਂ ਸਾਰੇ ਇੱਧਰ ਲੱਗੇ ਹੋਏ ਆ। ਔਰ ਜੋਤਿਸ਼ ਦਾ ਕਿੰਨਾ ਕੰਮ ਚੱਲ ਰਿਹਾ। ਬਿਲਕੁਲ ਜੀ ਬਿਲਕੁਲ ਬਿਲਕੁਲ। ਕਿਉਂਕਿ ਉਹ ਵੀ ਨਹੀਂ ਡਾਕਟਰ ਕਬੂਰ ਹੁਣੀ ਸਾਰਾ ਦੱਸਿਆ ਵੀ ਬਿਲਕੁਲ ਗਲਤ ਹੈ। ਕਿਸੇ ਦੀ ਵੀ ਕਿਸਮਤ ਉਹਦੀਆਂ ਹੱਥਾਂ ਤੇ ਨਹੀਂ ਲਿਖੀ ਦੀ। ਪਰ ਉਹ ਜਿੰਨੀਆਂ ਵੀ ਉਹਨਾਂ ਦੀਆਂ ਲਿਖਤਾਂ ਬਹੁਤ ਮਤਲਬ ਉਹ ਪੜ੍ਹਨਯੋਗ ਆ, ਔਰ ਉਹਨੇ ਸਾਰੇ ਜੀਵਨ ਇੱਧਰ ਲਾਤਾ। ਮੈਂ ਉਹਨਾਂ ਨੂੰ ਬਹੁਤ ਸ਼ਰਧਾਂਜਲੀ ਦਿੰਦਾ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ ਜੀ। ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ। ਇਹ ਤਾਂ ਸੀ ਜੀ ਬਰਮਿੰਗਮ ਤੋਂ ਸਾਡੇ ਫਕੀਰ ਚੰਦ ਚੌਹਾਨ ਹੁਣੀ ਜਿਨ੍ਹਾਂ ਨੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਕਿਉਂਕਿ ਇੱਥੇ ਜਿਹੜੇ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਲੋਕ 50-50 60-60 ਸਾਲ ਤੋਂ ਇੱਥੇ ਰਹਿ ਰਹੇ ਹੈਗੇ, ਪਰ ਫਿਰ ਵੀ ਉਹ ਅੰਧ ਵਿਸ਼ਵਾਸ ਵਿੱਚ ਬੁਰੀ ਤਰ੍ਹਾਂ ਫਸੇ ਪਏ, ਜਕੜੇ ਪਏ ਆ, ਆਪਣਾ ਸ਼ੋਸ਼ਣ ਕਰਾ ਰਹੇ ਹੈਗੇ ਆ, ਅਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਇਸੇ ਵਹਿਮ ਭਰਮ ਦੇ ਖਿਲਾਫ ਯਾਨੀ ਕਿ ਜਿਹੜੀ ਘੁੰਮਦੀ ਹੈ। ਹੈਲੋ ਜੀ, ਕੌਣ ਤੁਸੀਂ ਕਿੱਥੋਂ ਬੋਲ ਰਹੇ ਜੀ? ਹੈਲੋ हेलो। हाँ जी सुमन साहब। हेलो डॉक्टर साहब। हाँ जी सुमन साहब वेलकम। ਅੱਜ ਤੁਸੀਂ ਫਿਰ ਇੱਕ ਮਹਾਨ ਆਦਮੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋ। ਹਾਂਜੀ ਹਾਂਜੀ। ਤਾਂ ਅਸੀਂ ਤੁਹਾਡੇ ਨਾਲ ਜੁਆਇਨ ਕਰਦੇ ਹਾਂ। ਥੈਂਕ ਯੂ ਜੀ ਥੈਂਕ ਯੂ। ਡਾਕਟਰ ਸਾਹਿਬ ਮੈਨੂੰ ਇਹ ਲੱਗਦਾ ਕਈ ਦਫਾ ਕਿ ਕਬੂਰ ਸਾਹਿਬ ਦੀ ਰੈਸ਼ਨਲਿਸਟ ਸੋਚ ਦਾ ਤੁਹਾਡੇ ਤੇ ਬਹੁਤ ਅਸਰ ਹੈ। ਮੇਰੇ ਤੇ ਬਹੁਤ ਹੈ ਜੀ, ਬਹੁਤ ਹੈ। ਯੈਸ। ਕਿਉਂਕਿ ਮੈਂ ਦੇਖਿਆ ਵੀ ਜਿੰਨਾ ਤੁਸੀਂ ਇਹ ਰਿਲੀਜੀਅਸ ਫਰਾਡਸਟਰ ਦੇ ਦੁਆਲੇ ਜਿੰਨਾ ਤੁਸੀਂ ਛਿੱਤਰ ਫੇਰਦੇ ਹੋ ਨਾ, ਮੇਰਾ ਖਿਆਲ ਨਹੀਂ ਹੋਰ ਕੁਝ ਬੜਾ ਵਧੀਆ ਲਫ਼ਜ਼ ਕੱਢਿਆ ਛਿੱਤਰ। ਡਾਕਟਰ ਸਾਹਿਬ ਮੈਂ ਤਾਂ ਕਹਿੰਦਾ ਵੀ ਕਬੂਰ ਵਰਗੇ ਹਲੇ ਬਹੁਤ ਸਾਨੂੰ ਚਾਹੀਦੇ ਆ। ਬਿਲਕੁਲ ਸਾਨੂੰ ਬਹੁਤ ਕਬੂਰ ਚਾਹੀਦੇ ਹੈ। ਸਾਡੇ ਮੁਲਕ ਦੇ ਵਿੱਚ ਇਹ ਜਿਹੜੀ ਨਾ ਡਾਕਟਰ ਸਾਹਿਬ ਜਿਹਨੇ ਜਿਹੜੀ ਸਪੈਸ਼ਲ ਫਰਾਡਨੈਸ ਆ ਨਾ ਇਹ ਬਹੁਤ ਆ। ਹਾਂਜੀ ਹਾਂਜੀ। ਦੁੱਖ ਉਦੋਂ ਹੁੰਦਾ ਵੀ ਜਦ ਸਾਡੇ ਮੁਲਕ ਦੇ ਲੀਡਰ ਜਿਹੜੇ ਆ ਜਿਨ੍ਹਾਂ ਨੇ ਸਾਡੇ ਮੁਲਕ ਨੂੰ ਇਸ ਜਹਾਲਤ ਚੋਂ ਬਾਹਰ ਕੱਢਣਾ, ਜਦ ਉਹੀ ਡਾਕਟਰ ਸਾਹਿਬ ਇਹਨਾਂ ਸਾਧਾਂ ਦੇ ਅੱਗੇ ਲੰਬੇ ਪੈ ਜਾਂਦੇ ਆ ਤੇ ਬਾਕੀਆਂ ਦਾ ਕੀ ਅਸਰ ਹੋ ਸਕਦਾ? ਬਿਲਕੁਲ ਜੀ ਬਿਲਕੁਲ ਬਿਲਕੁਲ। ਇਸ ਆਦਮੀ ਨੇ ਕਾਫੀ ਮਤਲਬ ਛਿੱਤਰ ਫੇਰਿਆ। ਉਹ ਜਿਹੜਾ ਸਾਈਂ ਬਾਬਾ ਸੀਗਾ, ਹਾਂਜੀ ਹਾਂਜੀ, ਜਿਹੜਾ ਠੱਗ ਬੈਠਾ ਸੀ ਡਾਕਟਰ ਸਾਹਿਬ, ਜਦੋਂ ਮਰਿਆ ਪਤਾ ਨਹੀਂ ਕਿੰਨੇ ਕੁ ਟਨ ਉਹਦੇ ਆਸ਼ਰਮ ਚੋਂ ਸੋਨਾ ਨਿਕਲਿਆ। ਇਦਾਂ ਹੀ ਸਾਡੇ ਵਰਗੇ ਬੇਵਕੂਫ ਲੋਕਾਂ ਨੇ ਚੜਾਇਆ ਆ। ਹਾਂਜੀ ਹਾਂਜੀ ਹਾਂਜੀ। ਔਰ ਇਹਨਾਂ ਲੋਕਾਂ ਦੇ ਬ੍ਰੇਨ ਵਾਸ਼ ਕਰਕੇ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਮੌਤ ਔਰ ਜੀਵਨ ਦਾ ਕੁਝ ਵੀ ਹੈ ਇਹਨਾਂ ਨੂੰ ਮਤਲਬ ਇਹਨਾਂ ਦੇ ਦਿਮਾਗ 'ਚ ਫੀਅਰ ਭਰ ਕੇ ਕਿਸ ਤਰੀਕੇ ਨਾਲ ਇਹਨਾਂ ਲੋਕਾਂ ਨੇ ਐਕਸਪਲੋਇਟ ਕੀਤਾ। ਪਰ ਰਹੇ ਤਾਂ ਕੰਜਰ ਇਹ ਵੀ ਨਹੀਂ ਮੁਸ਼ਕਲ ਤੇ ਇਹ ਵੀ ਚਲੇ ਗਿਆ ਦੁਨੀਆ ਤੋਂ। ਬਿਲਕੁਲ ਜੀ ਬਿਲਕੁਲ ਬਿਲਕੁਲ। ਪਰ ਗੱਲ ਇਹ ਹੈ ਕਿ ਮਤਲਬ ਡਾਕਟਰ ਸਾਹਿਬ ਪਿੱਛੇ ਕਾਲਰ ਬੈਠੇ ਆ, ਤੁਸੀਂ ਕਾਫੀ ਕੁਝ ਕਹਿ ਦਿੱਤਾ ਹੈਗਾ। ਮੈਂ ਇਹੀ ਕਹਿੰਦਾ ਕਿ ਥੈਂਕ ਯੂ ਵੈਰੀ ਮੱਚ। ਇਹ ਤੁਹਾਨੂੰ ਟਾਈਮ ਟੂ ਟਾਈਮ ਇਹੋ ਜਿਹੇ ਲੋਕਾਂ ਨਾਲ ਵਾਕਫ ਕਰਾਉਂਦੇ ਹੋ। ਇੱਕ ਦਿਨ ਮਤਲਬ ਤੁਹਾਡੀ ਜਿਹੜੀ ਸੋਚ ਆ ਉਹ ਹਾਵੀ ਹੋਏਗੀ
ਔਰ ਕਪੂਰ ਸਾਹਿਬ ਦਾ ਵੀ ਮਿਸ਼ਨ ਸਕਸੈਸਫੁਲ ਹੋਏਗਾ। ਬੜੀ ਦੇਰ ਨਹੀਂ, ਕੁਝ ਟਾਈਮ ਲੱਗੇਗਾ, ਪਰ ਹਾਲੇ ਇਹਦਾ ਅਸਰ ਸਾਡੇ ਜਿਹੜੇ ਧਾਰਮਿਕ ਫਰੋਡਸਟਰ ਆ ਨਾ, ਇਹ ਕਰਪਟ ਲੋਕ ਜਿਹੜੇ ਨੇ, ਮਤਲਬ ਇਹ ਸਪਿਰਿਚੁਅਲ ਫਰੋਡਸਟਰ ਜਿਹੜੇ ਸਾਨੂੰ ਹਾਲੇ ਵੀ ਡੋਮੀਨੇਟ ਕਰ ਰਹੇ ਨੇ। ਮੇਰਾ ਖਿਆਲ ਇਹਨਾਂ ਦਾ ਐਂਡ ਇੱਕ ਦਿਨ ਜ਼ਰੂਰ ਹੋਏਗਾ। ਸੁਮਨ ਸਾਹਿਬ, ਯਾਨੀ ਕਿ ਜਿਹੜੇ ਸੁਮਨ ਸਾਹਿਬ ਜਿਹੜੇ ਬੰਦੇ ਇੱਥੇ ਆਏ ਹੈਗੇ ਆ, ਉਹ ਕਿਉਂ ਨਹੀਂ, ਉਹ ਜਿਹੜੇ ਬੰਦੇ ਇੱਥੇ ਆਏ ਹੈਗੇ ਆ, ਉਹ ਕਿਉਂ ਨਹੀਂ ਇਸ ਜੰਜਾਲ ਵਿੱਚੋਂ ਨਿਕਲਦੇ ਨਾ? ਤੁਸੀਂ ਇਹਨਾਂ ਮੁਲਕਾਂ ਛੱਡ ਕੇ ਵੈਸਟਰਨ ਕੰਟਰੀਆਂ ਵਿੱਚ ਵੀ ਤੁਸੀਂ ਅਗਰ ਇਦਾਂ ਦੇ ਸਾਦਾ ਮਗਰ ਤੁਰੇ ਫਿਰਦੇ ਹੋ ਫਿਰ ਤੁਸੀਂ ਆਏ ਨਹੀਂ ਇਸ ਮੁਲਕ 'ਚ। ਬਿਲਕੁਲ ਬਿਲਕੁਲ ਇਹਨਾਂ ਦੀ ਜ਼ਿੰਦਗੀ ਉੱਥੇ ਦੀ ਉੱਥੇ ਬੈਠੀ ਆ। ਜੇ ਤੁਸੀਂ ਅਨਪੜ੍ਹ ਕਿਸੇ ਦੇ ਸਾਦਾ ਨੂੰ ਸੜਕ ਦੇ ਵਿੱਚ ਮੱਥੇ ਦੇਖ ਕੇ ਮੱਥਾ ਹੀ ਟੇਕਣੇ ਆ ਤੇ ਫਿਰ ਇੱਥੇ ਕੀ ਕਰਨਾ ਸੀ? ਤੁਹਾਡੀ ਕੀ ਲੋੜ ਸੀ ਇਹਨਾਂ ਮੁਲਕਾਂ 'ਚ? ਹੈ ਇਹ ਤਾਂ ਗੱਲ ਲੰਬੀ ਹੋ ਜਾਏਗੀ। ਟੂ ਬੀ ਓਨੈਸਟ ਮੈਨੂੰ ਤਾਂ ਹਾਲੇ ਵੀ ਬਹੁਤ ਸ਼ੌਕ ਆਉਂਦਾ ਵੀ ਇਹ ਸਾਡੇ ਸਮਾਜ 'ਚ ਹੋ ਕੀ ਰਿਹਾ, ਇਹ ਕਦ ਉੱਠੇਗਾ, ਇਹਦੀ ਸੋਚ ਕਦ ਬਦਲੇਗੀ, ਇਹ ਕਦ ਸਾਨੂੰ ਸੁਰਤ ਆਏਗੀ। ਪਰ ਇਹ ਲੋਕ ਮੈਂ ਪਹਿਲਾਂ ਵੀ ਕਿਹਾ ਜਿਹੜੇ ਲੀਡਰ ਹੈ ਜਦੋਂ ਉਹੀ ਇਹੋ ਜਿਹਾ ਫਰੋਡਸਟਰ ਨੂੰ ਬਿਲੋਂਗ ਕਰਦੇ ਹੋਣ, ਇਹੋ ਜਿਹੇ ਅਨਪੜ੍ਹ ਸਾਧ ਸੰਤਾਂ ਨੂੰ ਮੱਥੇ ਟੇਕਦੇ ਹੋਣ, ਉਹਨਾਂ ਦੇ ਗੁਣ ਗਾਉਂਦੇ ਹੋਣ, ਤੇ ਬਾਕੀ ਜਨਤਾ ਵਿਚਾਰੀ ਕੀ ਕਰ ਸਕਦੀ ਆ? ਬਿਲਕੁਲ। ਥੈਂਕ ਯੂ ਜੀ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ। ਇਹ ਤਾਂ ਸੀ ਜੀ ਮੇਰੇ ਵੀਰ ਹਰਭਜਨ ਸੁਮਨ ਹੋਣੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਗਰੇਵਜ਼ੈਂਡ ਤੋਂ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਜਿਹੜੇ ਵਹਿਮ ਭਰਮ ਸਾਡੇ ਸਮਾਜ ਵਿੱਚ ਫੈਲੇ ਹੈ, ਇਹਦੇ ਨਾਲ ਤੁਹਾਡਾ ਸਮਾਜਿਕ ਤੌਰ 'ਤੇ ਵੀ ਸ਼ੋਸ਼ਣ ਹੁੰਦਾ ਹੈ, ਆਰਥਿਕ ਤੌਰ 'ਤੇ ਵੀ ਤੁਹਾਡਾ ਸ਼ੋਸ਼ਣ ਹੁੰਦਾ ਹੈਗਾ, ਮਾਨਸਿਕ ਤੌਰ 'ਤੇ ਵੀ ਤੁਹਾਡਾ ਸ਼ੋਸ਼ਣ ਹੁੰਦਾ ਹੈਗਾ, ਅਤੇ ਫਿਜ਼ੀਕਲ ਤੌਰ 'ਤੇ ਵੀ ਇਹ ਯਾਨੀ ਕਿ ਜਿਹੜੇ ਵਹਿਮ ਭਰਮ ਹੈਗੇ ਆ ਤੁਹਾਡਾ ਸ਼ੋਸ਼ਣ ਕਰ, ਤੁਹਾਨੂੰ ਮਾਨਸਿਕ ਤੌਰ 'ਤੇ ਬਿਮਾਰ ਕਰਦੇ ਹੈਗੇ ਆ। ਕਿੰਨੇ ਯਾਨੀ ਕਿ ਲੋਕ ਇੱਥੇ ਹੈਗੇ ਜਿਹੜੇ ਨਗਾਂ ਦੇ ਮਗਰ ਪਿੱਛੇ ਲੱਗੇ ਵੀ ਆਹ ਨਗ ਪਾਓ ਜੀ, ਤੁਹਾਡਾ ਜੀ ਆਹ ਇਲਾਜ ਹੋ ਜਾਊਗਾ। ਕਿੰਨੇ ਯਾਨੀ ਕਿ ਲੋਕ ਲੱਗੇ ਜੀ ਆਹ ਫਲਾਨੀ ਮਾਲਾ ਪਾਓ ਤਾਂ ਜੀ ਉਹਨਾਂ ਆਹ ਹੋ ਜਾਂਦਾ ਹੈਗਾ, ਜੇ ਤੁਸੀਂ ਫਲਾਨਾ ਟੂਣਾ ਟਾਮਣਾ ਕਰੋ ਤਾਂ ਆਹ ਇਲਾਜ ਹੋ ਜਾਂਦਾ। ਜਾਂ ਕੋਈ ਜਿਹੜਾ ਤੁਹਾਨੂੰ ਟੀਵੀ ਦੱਸਦਾ ਹੈਗਾ ਤੁਹਾਡੀ ਰੇਖਾ ਯਾਨੀ ਕਿ ਇੱਥੇ ਆਹ ਜੀ, ਜਾਂ ਇਹ ਕਿਹੜਾ ਵਸਤੂ ਸ਼ਾਸਤਰ ਵਾਲੇ। ਡੂ ਯੂ ਬਲੀਵ ਇਨ ਦਿਸ ਸੌਰਟ ਆਫ ਨੌਨਸੈਂਸ? ਕੀ ਯਾਨੀ ਕਿ ਤੁਹਾਡੇ 'ਤੇ ਇਹਦਾ ਕੋਈ ਅਸਰ ਹੈ? ਤੁਹਾਡੇ ਕੋਲ ਕੋਈ ਇਹਦਾ ਰਿਜ਼ਲਟ ਹੈ? ਜਿਸ ਤਰ੍ਹਾਂ ਪਹਿਲਾਂ ਅਸੀਂ ਗੱਲ ਕੀਤੀ, ਜਿਹੜੀ ਸਾਡੀ ਤਰਕਸ਼ੀਲ ਸੋਸਾਇਟੀ ਇੱਥੇ ਇੰਗਲੈਂਡ ਦੇ ਵਿੱਚ ਹੈ, ਉਹ 1 ਲੱਖ ਪਾਉਂਡ ਉਹਨਾਂ ਨੇ ਇਨਾਮ ਰੱਖਿਆ, ਅਤੇ 1 ਲੱਖ ਪਾਉਂਡ ਮੈਂ ਵੀ ਆਪਣੇ ਵੱਲੋਂ ਵੀ ਰੱਖਿਆ ਹੈਗਾ। ਅਸੀਂ ਯਾਨੀ ਕਿ ਇਨਾਮ ਦੇਵਾਂਗੇ ਜੇ ਕੋਈ ਸਾਡੀਆਂ 23 ਸ਼ਰਤਾਂ ਪੂਰਾ ਕਰ ਦੇਵੇ, ਅਤੇ ਉਹਨਾਂ ਵਿੱਚੋਂ ਯਾਨੀ ਕਿ ਇੱਕ ਵੀ ਸ਼ਰਤ ਪੂਰੀ ਕਰ ਦੇਵੇ ਤਾਂ ਅਸੀਂ ਉਹਨੂੰ ਇਨਾਮ ਦੇਵਾਂਗੇ। ਇਹ ਜਿਹੜਾ ਸ਼ੋਸ਼ਣ ਯਾਨੀ ਕਿ ਹੋ ਰਿਹਾ ਹੈਗਾ, ਖਾਸ ਕਰਕੇ ਸਾਡੀਆਂ ਬਹੁਤ ਸਾਰੀਆਂ ਭੈਣਾਂ ਅਤੇ ਮਾਤਾਵਾਂ ਯਾਨੀ ਕਿ ਇਹਨਾਂ ਚੱਕਰਾਂ ਵਿੱਚ ਇਸ ਕਰਕੇ ਪੈਂਦੀਆਂ ਕਿਉਂਕਿ ਉਹਨਾਂ ਨੂੰ ਛੋਟੇ ਹੁੰਦਿਆਂ ਨੂੰ ਐਜੂਕੇਸ਼ਨ ਵੀ ਕੋਈ ਇੱਦਾਂ ਦੀ ਕੋਈ ਦਿੱਤੀ ਨਹੀਂ ਜਾਂਦੀ ਹੈ, ਜਾਂ ਦਿੱਤੀ ਗਈ ਹੈ ਐਜੂਕੇਸ਼ਨ ਬੜੀ ਘੱਟ ਐਜੂਕੇਸ਼ਨ ਦਿੱਤੀ ਗਈ ਹੈ। ਉਹਨਾਂ ਨੂੰ ਅਪਰੈਸ ਕਰਕੇ ਸਪਰੈਸ ਕਰਕੇ ਰੱਖਿਆ ਗਿਆ ਪਰਿਵਾਰਾਂ ਦੇ ਵਿੱਚ, ਇਸ ਕਰਕੇ ਉਹਨਾਂ ਦਾ ਜਿਹੜਾ ਹੈਗਾ ਇੱਧਰਲੇ ਪਾਸੇ ਝੁਕਾਅ ਯਾਨੀ ਕਿ ਜ਼ਿਆਦਾ ਹੈ। ਤੁਸੀਂ ਕੋਈ ਇਹੋ ਜਿਹਾ ਕੇਸ ਨੂੰ ਜਾਣਦੇ ਆ ਜਿੱਥੇ ਇਹਨਾਂ ਬਾਬਿਆਂ ਸਾਧਾਂ ਨੇ ਜਿਹੜਾ ਹੈਗਾ ਬਹੁਤ ਸਾਰਾ ਨੁਕਸਾਨ ਕੀਤਾ ਹੋਵੇ, ਘਰਾਂ ਦੇ ਘਰ ਇਹਨਾਂ ਬਰਬਾਦ ਕਰਤੇ? 90% ਤੋਂ ਜ਼ਿਆਦਾ ਯਾਨੀ ਕਿ ਕੇਸ ਜਿਹੜੇ ਸੋਸ਼ਲ ਸਰਵਿਸ ਕੋਲ ਆਉਂਦੇ ਹੈਗੇ ਆ, ਇਹਨਾਂ ਦੀ ਮਿਹਰਬਾਨੀ ਕਰਕੇ ਆਉਂਦੇ। ਕਿਸੇ ਨੇ ਕਹਿ ਤਾ ਲੈ ਤੇਰੀ ਸੱਸ ਇੱਦਾਂ, ਕਿਸੇ ਨੇ ਕਹਿ ਤਾ ਲੈ ਤੇਰੀ ਜਿਹੜੀ ਨੂੰਹ ਇੱਦਾਂ ਦੀ ਹੈ, ਕਿ ਤੇਰੀ ਨਨਾਣ ਨੇ ਇੱਦਾਂ ਕਰਤਾ ਹੈਗਾ। ਉਹ ਸਭ ਇਹਨਾਂ ਦੀਆਂ ਮਿਹਰਬਾਨੀਆਂ ਹੁੰਦੀਆਂ। ਇਹਨਾਂ ਨੇ ਘਰਾਂ ਦੇ ਘਰ ਬਰਬਾਦ ਕਰਕੇ ਰੱਖਦੇ, ਲੋਕਾਂ ਨੂੰ ਮਾਨਸਿਕ ਤੌਰ 'ਤੇ ਇਹਨਾਂ ਨੇ ਬਿਮਾਰ ਕਰਕੇ ਰੱਖਤਾ ਹੈਗਾ। ਇਹਨਾਂ ਦੇ ਬੱਚੇ ਯਾਨੀ ਜਿਹੜੇ ਹੈਗੇ ਇਹਨਾਂ ਨੇ ਘਰ ਤੋੜਤੇ, ਬੱਚੇ ਯਾਨੀ ਕਿ ਇਹਨਾਂ ਨੇ ਬਰਬਾਦ ਕਰਕੇ ਰੱਖਦੇ। ਉਹੋ ਜਿਹਾ ਪਰਿਵਾਰਾਂ ਨੂੰ ਮੈਂ ਜਾਣਦਾ ਜਿਹੜੇ ਯਾਨੀ ਕਿ ਲੰਡਨ ਤੋਂ ਕਵੈਂਟਰੀ ਯਾਨੀ ਕਿ ਆਉਂਦੇ ਹੈ, ਜਾਂ ਬਰਮਿੰਘਮ ਆਉਂਦੇ ਹੈ ਮੱਥਾ ਟੇਕਣ, ਉਹੋ ਜਿਹੇ ਬੰਦਿਆਂ ਨੂੰ ਜਿਹਨਾਂ ਕੋਲ ਕੋਈ ਵੀ ਕਿਸ ਤਰ੍ਹਾਂ ਦੀ ਕੋਈ ਸ਼ਕਤੀ ਨਹੀਂ ਹੈ। ਤੁਹਾਡਾ ਇਹਨਾਂ ਅੰਧ ਵਿਸ਼ਵਾਸਾਂ ਬਾਰੇ ਕੀ ਖਿਆਲ ਹੈਗਾ? ਮੇਰੇ ਤੋਂ ਅਜੇ 12 ਮਿੰਟ ਹੈ, ਜੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਆ, ਕਿਉਂਕਿ ਇਸ ਯਾਨੀ ਕਿ ਜਿਹੜਾ ਇਹ ਮਸਲਾ ਹੈਗਾ ਅੰਧ ਵਿਸ਼ਵਾਸ ਦੀ ਜਿਹੜੀ ਅਸੀਂ ਆਪਾਂ ਗੱਲ ਕਰ ਰਹੇ ਹੈਗੇ, ਜਿਹੜਾ ਕਿ ਤਰਕ ਨਾਲ ਨਹੀਂ ਸੋਚਣਾ, ਜਦੋਂ ਕਿ ਤਰਕ ਨਾਲ ਸੋਚਣ ਦੀ ਆਪਣੀ ਪ੍ਰਥਾ ਜਿਹੜੀ ਹੈਗੀ ਆ ਬੁੱਧ ਧਰਮ ਨੇ ਯਾਨੀ ਕਿ ਉਹਦੇ ਵਿੱਚ ਹੈ ਕਿ ਯਾਨੀ ਕਿ ਜਿਹੜਾ ਹੈਗਾ ਸੰਖਿਆ ਜਿਹੜੀ ਸੀ ਫਿਲੋਸਫੀ ਉਹ ਵੀ ਇੱਦਾਂ ਦੀ ਸੀ। ਜੈਨ ਧਰਮ ਵੀ ਜਿਹੜਾ ਹੈਗਾ ਕਿਸੇ ਇੱਦਾਂ ਦੇ ਅੰਧ ਵਿਸ਼ਵਾਸ ਵਿੱਚ ਯਕੀਨ ਨਹੀਂ ਕਰਦਾ। ਪਰ ਯਾਨੀ ਕਿ ਉਸ ਤੋਂ ਬਾਅਦ ਯਾਨੀ ਕਿ ਹੋਰ ਬੜਾ ਕੁਛ ਘਚੋਲਾ ਯਾਨੀ ਕਿ ਉੱਥੇ ਚੱਲਿਆ, ਜਿਹਨੇ ਜਿਹੜਾ ਸੀਗਾ ਸਾਰਾ ਸਮਾਜਿਕ ਤਾਣਾ ਬਣਾ ਜਿਹੜਾ ਹੈਗਾ ਉਹ ਖਰਾਬ ਕਰਕੇ ਰੱਖਤਾ। ਇਹੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਸਾਡਾ ਮੁਲਕ ਜਿਹੜਾ ਹੈਗਾ ਉਨੀ ਤਰੱਕੀ ਨਹੀਂ ਕਰ ਸਕਿਆ ਵਿਗਿਆਨ ਦੇ ਵਿੱਚ ਜਿੰਨੀ ਇਹਨਾਂ ਮੁਲਕਾਂ ਨੇ ਕੀਤੀ ਹੈ। ਜੇ ਤੁਸੀਂ ਵਿਗਿਆਨੀਆਂ ਦੀ ਵੀ ਗੱਲ ਕਰੋ ਤਾਂ ਜਿਹੜੇ ਬਹੁਤੇ ਵਿਗਿਆਨੀ ਹੈ ਇਹਨਾਂ ਮੁਲਕਾਂ ਨੇ ਪੈਦਾ ਕੀਤੇ ਹੈ, ਅਸੀਂ ਨਹੀਂ ਪੈਦਾ ਕੀਤੇ। ਜੇ ਮੈਂ ਤੁਹਾਨੂੰ ਆਹ ਟੈਲੀਵਿਜ਼ਨ 'ਤੇ ਵੀ ਗੱਲ ਕਰ ਰਿਹਾ ਤਾਂ ਇਹਨਾਂ ਦਾ ਵਿਗਿਆਨਕ ਸੀ ਜਿਹਨੇ ਉਹ ਟੈਲੀਵਿਜ਼ਨ ਦੀ ਕਾਢ ਕੱਢੀ ਹੈ। ਜੇ ਮੈਂ ਟੈਲੀਫੋਨ 'ਤੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਤਾਂ ਇਹਨਾਂ ਦਾ ਵਿਗਿਆਨੀ ਸੀ ਜਿਹਨੇ ਉਹ ਟੈਲੀਫੋਨ ਦੀ ਕਾਢ ਕੱਢੀ ਹੈ। ਜੇ ਆਪਾਂ ਟੈਲੀਫੋਨ ਦੀ ਵੀ ਗੱਲ ਕਰਦੇ ਹੈਗੇ, ਜਿਹੜਾ ਆਪਾਂ ਚੱਕੀ ਫਿਰਦੇ ਹੈਗੇ ਹਾਂ, ਹਰ ਕੋਈ ਲਈ ਫਿਰਦਾ ਹੈਗਾ, ਉਹ ਵੀ ਇਹਨਾਂ ਦੀ ਕਾਢ ਹੈਗੀ ਹੈ। ਜੇ ਬਿਜਲੀ ਦੀ ਗੱਲ ਕਰਦੇ ਹਾਂ, ਜੇ ਨਾਲ ਬਿਜਲੀ ਤਰੰਗਾਂ ਅਤੇ ਲਾਈਟ ਵੀ ਮੇਰੇ ਮੂੰਹ 'ਤੇ ਪੈ ਰਹੀ ਹੈ ਤਾਂ ਤੁਹਾਡੇ ਘਰ ਵਿੱਚ ਵੀ ਜਗਦੀ ਹੈ।
ਜਾਂ ਤੁਹਾਡੀਆਂ ਘਰ ਦੀਆਂ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਲਾਈਟ ਨਾਲ ਚੱਲਦੀਆਂ, ਤੇ ਉਹ ਵੀ ਇਹਨਾਂ ਸਾਇੰਸਦਾਨਾਂ ਦੀ ਕਾਢ ਹੈਗੀ ਹੈ। ਸੋ ਕਿਹੜੀ ਕਿਹੜੀ ਚੀਜ਼ ਮੈਂ ਜਿਹੜੀ ਗਿਣਾਵਾਂ, ਜੇ ਤੁਸੀਂ ਘਰ ਵਿੱਚ ਆਪਣੀ ਚੀਜ਼ਾਂ ਦੇਖੋ, ਘਰ ਵਿੱਚ ਤੁਹਾਡੇ ਵਾਸ਼ਿੰਗ ਮਸ਼ੀਨ ਪਈ ਹੈ, ਤੁਹਾਡੇ ਕੋਲ ਜਿਹੜਾ ਮਾਈਕ੍ਰੋਵੇਵ ਪਿਆ ਹੈਗਾ, ਤੁਹਾਡੇ ਕੋਲ ਜਿਹੜਾ ਹੈਗਾ ਡਿਸ਼ਵਾਸ਼ਰ ਹੈ, ਤੁਹਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ, ਕਾਰ ਹੈ ਤੁਹਾਡੇ ਕੋਲ, ਤੁਹਾਡਾ ਟੈਲੀਵਿਜ਼ਨ ਹੈਗਾ, ਘੜੀ ਹੈ ਤੁਸੀਂ ਲਾਈ, ਉਹ ਦੇਖਿਓ ਵੀ ਇਹਨਾਂ ਜਿਹੜੀਆਂ ਤੁਹਾਡੇ ਕੋਲ ਸਾਰੀਆਂ ਘਰ ਵਿੱਚ ਚੀਜ਼ਾਂ ਪਈਆਂ, ਉਹਦੇ ਵਿੱਚੋਂ ਕਿਸੇ ਸਾਡੇ ਬੰਦੇ ਨੇ ਕਾਰਡ ਕੱਢੀ, ਉਹਦੇ ਵਿੱਚੋਂ ਨੋ, ਯੂ ਵਿਲ ਨੋਟ ਫਾਈਂਡ ਐਨੀ। ਅਤੇ ਜੇ ਇਹਨਾਂ ਕੋਲ ਇੰਨੀ ਤਾਕਤ ਹੈ, ਜਿਹੜੀ ਕਿ ਇਸ ਅੰਧ ਵਿਸ਼ਵਾਸ ਦੇ ਵਿੱਚ ਇੰਨੀ ਤਾਕਤ ਹੈਗੀ ਆ, ਜਿਹੜੇ ਕਹਿੰਦੇ ਕਲੇਮ ਕਰਦੇ ਆ ਕਿ ਤਰਕਸ਼ੀਲ ਸੁਸਾਇਟੀ ਜਿਹੜੀ ਆ ਇੱਥੇ ਵੀ, ਕੈਨੇਡਾ ਵਿੱਚ ਵੀ, ਇੰਡੀਆ ਵਿੱਚ ਵੀ, ਅਤੇ ਹੋਰ ਬਾਹਰਲੇ ਮੁਲਕਾਂ ਵਿੱਚ, ਬਹੁਤ ਸਾਰੇ ਮੁਲਕਾਂ ਵਿੱਚ, ਨਿਊਜ਼ੀਲੈਂਡ ਵਿੱਚ ਵੀ ਯਾਨੀ ਕਿ ਹੈ, ਬਈ ਉਹ ਚੈਲੰਜ ਕਰਦੇ ਆ ਵੀ ਤੁਸੀਂ ਸਾਨੂੰ ਕੁਛ ਕਰਕੇ ਦਿਖਾ ਲਓ, ਕਰਾਮਾਤ ਕਰਕੇ ਦਿਖਾ ਲਓ, ਅਤੇ ਤੁਸੀਂ ਯਾਨੀ ਕਿ ਸਾਡੇ ਤੋਂ ਪੈਸੇ ਲੈ ਲਓ। ਅਜੇ ਤੱਕ ਵੀ ਕੋਈ ਵੀ ਮਾਈ ਦਾ ਲਾਲ ਇਹਨਾਂ ਵਿੱਚੋਂ ਜਿਹੜਾ ਹੈਗਾ ਸਾਹਮਣੇ ਨਹੀਂ ਆਇਆ। ਸੋ ਇਸ ਕਰਕੇ ਜਿਹੜੇ ਭੂਤ ਪ੍ਰੇਤਾਂ ਦੀ ਗੱਲ ਕਰਦੇ ਹਾਂ, ਪਿਛਲੇ ਜਨਮਾਂ ਦੀ ਕਰਮਾਂ ਦੀ ਗੱਲ ਕਰਦੇ ਹੈਗੇ ਹਾਂ, ਇਹਨਾਂ ਵਿੱਚ ਕੋਈ ਵੀ ਕਿਸ ਤਰ੍ਹਾਂ ਦੀ ਵੀ ਕੋਈ ਵਿਗਿਆਨਕ ਸੱਚਾਈ ਨਹੀਂ ਹੈ, ਉਹਦਾ ਕੋਈ ਐਵੀਡੈਂਸ ਨਹੀਂ ਹੈ। ਜੇ ਕੋਈ ਇਹ ਕਹਿੰਦਾ ਜੀ ਹਾਂ ਜੀ ਕਿ ਤੁਸੀਂ ਫਲਾਣੇ ਕਰਮ ਕਰੋਗੇ ਤਾਂ ਤੁਸੀਂ ਇਸ ਜੂਨੇ ਪਵੋਗੇ, ਧਮਕਾਨੇ ਕਰਮ ਕਰੋਗੇ ਤਾਂ ਇਸ ਜੂਨੇ ਪਵੋਗੇ, ਕੋਈ ਬੰਦਾ ਮੁੜ ਕੇ ਵਾਪਸ ਆਇਆ ਹੈ? ਉਹਨਾਂ ਨੂੰ ਕਿੱਦਾਂ ਪਤਾ ਲੱਗਾ ਕਿ ਉਹਨਾਂ ਕੋਲ ਕੋਈ ਬਲੂ ਪ੍ਰਿੰਟ ਹੈ ਜਾਂ ਮੈਨੂੰ ਦੱਸਣ ਵੀ ਫਲਾਣਾ ਕੰਮ ਕਰਿਆ ਕਰ, ਫਿਰ ਜਿਹੜਾ ਹੈਗਾ ਤੂੰ ਉਹ ਜਿਹੜਾ ਇਸ ਜੂਨ ਵਿੱਚ ਪੈ ਸਕਦਾ। ਉਹਨੂੰ ਪੁੱਛੇ ਲੈ भी कितना हाउ इज पॉसिबल। हेलो जी, कौन से जी, किससे बोल रहे हैं जी? मैं बर्मिंघम से बोल रही हूँ। हाँ जी, थैंक यू जी। मैंने अभी आपका ये प्रोग्राम सुन रही थी, लोगों की जो पार्टिसिपेंट है उनके विचार भी सुने, बहुत अच्छे थे। थैंक यू जी। तो ये जो आपका जो मुद्दा है, जो कपूर साहब जिनके बारे में आप बोला, उनको मैं भी श्रद्धांजलि एक सेकेंड होल्ड की हाँ, मैं भी उनको श्रद्धांजलि देना चाहती हूँ। और मैं जो आपने कहा कि जो लोग इन भ्रमों में फंसे हुए हैं या ये सब चीजों में जो बाबों के चक्कर में फंसे हैं, इनसे इनको छुटकारा लेना चाहिए, क्योंकि अगर जो आपने लेख पढ़ा, जो उनके बारे में बताया, उससे यही सिद्ध होता है जो हम लोग ये जाते हैं कि गंगा का पानी जो आपने बताया उससे ठीक हो जाएंगे, पर अगर वो वाला पानी ले आते जो कि गंदा था तो शायद वो जो शख्स ठीक हो गए, वो बीमार हो जाते और शायद वो मर भी जाते, क्योंकि जो पानी था बहुत ही गंदा था। तो इसलिए इसे ये सीखना चाहिए कि ये इन चीजों से बचो, और अगर आपको कुछ हुआ है इन बाबों के चक्रों में, नहीं, सीधा डॉक्टर के पास जाओ और उनसे अपना इलाज कराओ, ना कि इन बाबों के चक्कर में जाओ। अगर ये बाबे इतने ही हैं तो क्यों नहीं अपना आप सुधार ले, क्यों भोली भाली जनता को इन चक्रों में डालकर उनको लूटते हैं। पर मेरे को ये लगता है कि ये जो लोग, हमारी औरतें ज्यादा हैं इन चक्रों में आती हैं, तो फंस जाती है इनके चक्रों में, और अपने बच्चों को भी ये शिक्षा देती हैं। पर दूसरी तरफ मैं कहती हूँ, जो आपकी जो दूसरे प्रोग्राम है जिसमें आपने वैज्ञानिक बाबों के बारे में बताया है, अगर हमारे लोग, हमारी औरतें और हम सब उनको देखें और अपने बच्चों को उनका ज्ञान दें, तो शायद हम लोग इन बाबों के चक्रों से, ये जो नकली बाबे हैं, इनके चक्रों से बच सकते हैं। और दूसरी तरफ मैं ये भी कहूंगी कि जो हमारा धर्म है, धर्म को धर्म तक ही रखना चाहिए, उसको पॉलिटिक्स से मत लाओ, कि ऐसा ना हो कि लोगों ने कहा था कि कलयुग आएगा, लोग धर्म को नहीं मानेंगे। अगर हम इस धर्म की आड़ में अपना सुधार करते हैं, अपना फायदा ढूंढते हैं, तो शायद लोग एक दिन इस धर्म को मानते आ रहे हैं, वो इससे परे हो जाएंगे। इसके जो गुण हैं उनको लेना चाहिए, ना कि उनके अगेंस्ट जाना चाहिए। तो मैं ये कहती हूँ कि जितने भी ये लोग हैं, उनको इन चीजों से, वैज्ञानिक बाबू वाली जो आपकी बुक है, उनको समझना चाहिए कि ये सब कुछ नहीं है, वैज्ञानिक ही है, और मैं बच्चों को उसके बारे में ज्यादा बताएं, जिससे कि वो इन अंधविश्वासों से निकले। क्योंकि ये जो जितने भी जब भी हमारे त्योहार आते हैं, तो इनमें ये बाबे बड़े जल्दी से निकल के आते हैं। जैसे ना एक मधुमक्खी का छत्ता है ना, उसमें अगर आपने एक लाठी मार दी तो जैसे छत्ते में से सारी मक्खियां उड़ती हैं, ऐसे ये निकल के आते हैं और लोगों को वे अपने जाल में फंसाकर पैसे लूटते हैं। तो कई जगह मैंने देखा कि ये कहते हैं कि ये लड़की में भूत आ गया है, इसको निकालना है, और उसको मारते चिमटों से। तो वो चारी ओर से चिल्ला रही, वो जो दूसरे जो लोग खड़े होते हैं आसपास, वो भी चिल्लाते हैं कि जिससे उस लड़की की आवाज सुनाई नहीं देती। मैं पूछती हूँ कि इन बाबा को अगर इन्हीं चिमटों से मारा जाए तो शायद उनके अंदर का भूत निकलेगा, उनको अकल आएगी कि ये लोग जो है मानसिक
इनको बीमारी है, ना कि इनको कोई भूतवाद चिपड़ा हुआ है। तो इसलिए इन बातों से जितना बचेंगे उतना ही अच्छा है, और इनकी बातों में बिल्कुल नहीं आना चाहिए। इसके बाद ज्योतिष विद्या जो है उसमें नहीं पढ़ना चाहिए। ज्योतिष विद्या में ये है कि वो तुम्हें, अगर तुम्हें कुछ नहीं भी ना, वो ज्योतिष विद्या कि आज 10 साल बाद ये होगा, 5 साल ये बाद ये होगा, या 2 महीने बाद तुम्हारे घर में ये होगा, तो वो जो 2 महीने या जब 5 साल है, जो 10 साल आपके उसी डर में बीत जाएंगे कि पता नहीं क्या होगा। क्योंकि मुझे मालूम है, हमारे पड़ोसी थे, वो गए गजेटेड ऑफिसर रेलवे में, एक अच्छी पोस्ट में दिल्ली में थे। उनको किसी ने बता दिया कि आज रात तेरी आखिरी रात है। तो वो तो अपने वाइफ और बच्चों को लेकर कमरे में बैठा था। तो हमारी बालकनी एक ही थी। तो मेरे डैडी ने सोचा, रोने की बात थोड़ी सुनी भी, ये क्या आ रही आवाज। जब वो वहां गए तो उन्होंने बात की, क्या बात हुई, तो कहते कि भाई साहब इनको आज ना, उनकी पत्नी बोली काम पर ऐसे बोला है कि आज की रात आपकी आखिरी है। मेरे डैडी कह रहे, अरे भाई सुनो, भाई साहब तुमने ये क्या कर रहे हो, आप तो तुम जो है इन बच्चों को भी उठाया हुआ और उसको भी जाके सो जाओ, तुम्हें मैं मिलता, तुम्हें अगर कुछ हो गया ना तो मुझे कहना, अब सो जाके, कुछ नहीं है ये। तो उनको सुलाया, समझा कर, आधा घंटा लगाकर उनको इस अंधविश्वास से हटाया। और जब सुबह गए तो सब बैठे, तो मेरे डैडी कहते भाई बाबू क्या हुआ, भाई साहब क्या हुआ, आप तो ठीक ठाक है। तो हंसने लगे। उनको अपने आप पर ना गिलानी हुई कि वो उसकी बातों में आके अपनी पत्नी और अपने बच्चों को ना वो दिया हार्ट अटैक। तो ऐसे कई बार किसी के हार्ट अटैक भी हो सकता है। अगर आप ऐसी बातें पर विश्वास करोगे तो मुझे मालूम है कि इन चीजों से जितना परे हो जाए उतना ही अच्छा है। ये सब अंधविश्वास है। और ये कहना कि आज ही आपके घर में बेटा होगा और घर के बाहर लिख दो कि ये बेटी होगी, अगर तो बेटा हो गया तो पंडित की बात सही है या साधु की बात सही है, भी साधु ने कहा था कि आपके बेटा होगा तो बात सही है। अगर होगी बेटी तो साधु कहेगा कि आपकी दीवार के पास जाके देखो, मैंने तो लिखा हुआ बेटी होगी। यानी वो दोनों तरफ ही अपना जो है वो डालते हैं। इन चक्रों से बचने के लिए मैं यही कहूंगी कि ना आपको बचना चाहिए, बिल्कुल मत सोचिए। और ये अपने बच्चों को ये मत कहो, अरे बेटे माथा टेक ले तो भगवान पास करेगा, माथा टेक ले बाबूजी तुझे पास करेंगे। ये ऐसा नहीं होता। तुम काम करोगे तभी तुम्हें फल मिलेगा। रोटी अपने आप तुम्हारे मुंह में नहीं जाएगी यार, इसलिए काम करना पड़ेगा। ये इन चीजों से छुड़ाओ अपने आप को। ये नहीं कि मैं कहती हूँ कि हमारे जो एशियन कंट्री में होता है यहाँ पर भी होता है। यहाँ पर भी लोग कहते हैं हीलिंग पावर है। तो हीलिंग पावर कैसी है? ये तुम्हारी सारा मन की जो तुम्हारी अंदर मन की स्थिति है उसको है, उसको आपको सचेत करना है। ये नहीं होगा, दृढ़ करो कि ये सब बकवास है, मैं काम करूंगा तो मेरे लिए सब कुछ ठीक है। ये विश्वास पे चलो तभी कुछ होगा, वरना इन साधु बाबों के चक्कर में नहीं होगा। इंडिया में कितने बाबे जो है आपने देखा होगा वो जेलों में है, कई को निकाल दिया, कई को कुछ किया। इसलिए ना इन चीजों से जितना हो सके बचो और अपने बच्चों को बचाओ। नहीं तो ये तुम उनको गलत रास्ते में अगर डाल देंगे तो कभी भी इन चीजों से निकलेंगे और ये जन्मों जन्म तक चलता ही रहेगा। पत्नी कितने सालों से हो रहा और आगे बढ़ता जा रहा है। तो इसी की इन्हीं बाबाओं ने घरों में लड़ाइयां भी डलवाई हुई है। किसी की बहू निकल रही, अरे तेरी बहू बहुत वो है, इसको बच्चा इसलिए नहीं हो रहा, इसको तो पानी के अंदर रख 3 दिन। उन्होंने वो लड़की को ये सच्ची का उसको पानी में डाल रखा, उसके हाथ बांधे कि भाग न जाए। वो लोगों ने आके उसको निकाला तो उसको पुलिस लग गया, उसको फिर डाल दिया। अब बताओ ये कैसे हो सकता है? कैसे हो सकता है कि ये पानी में 3 दिन 4 दिन उसको 7 दिन लिटाए रखो तो उसका बेटा हो जाएगा, क्या बच्चा हो जाएगा? ये सब चीजों से निकलो बाहर। मैं उन लोगों से कहती हूँ, ये अनपढ़ लोग हैं, अनपढ़ लोगों को एक समझदार व्यक्ति ही समझा सकता है। अगर आपने कुछ कर्म करने, अगर कर्म करे किसी का भला करो वो तो अच्छी बात हुई। ऐसे लोगों को जो ना समझ है, जिनको कुछ नहीं पता, जो ये साधुओं के चक्कर में है, उन्हें इन चीजों से निकालो। ये सबसे बड़ी बात है। औरतों को समझाओ, औरतों को समझाए। आदमी जो है, जो बेवकूफ आदमी है, जो इन भाव के चक्कर में थे, उन्हें आदमी बताए ऐसा कुछ नहीं है, निकलो इन चीजों से बाहर। बस मैं इतना ही कहते हुए यहाँ पर छोटे शायद और लोग भी इसमें पार्टिसिपेट करना चाहते होंगे। आपका प्रोग्राम बहुत अच्छा है। मैं आपको नमस्कार, आपको भी सैल्यूट करती हूँ कि आप ऐसे मुद्दे लेके आते हो जो कि समाज को सुधारने में सहायता करते हैं। थैंक यू जी, थैंक यू, बहुत बहुत मेहरबानी। मेरे तो सिर्फ ਹੁਣ 1 ਮਿੰਟ रह गया है। सारे कोरस का मैं तय दिल तो धन्यवादी है जिन्होंने अपना
कीमती समा कढ़ के अपने कीमती विचार साढ़े सारे नाल साझे कीते। जे इन्हां कोल कोई किस तरह की कोई शक्ति हैगी आ तो फिर सानू अपने बच्चे बाबे बनाने चाहिए हैगे आ, यानी कि फिर जिहड़ा हैगा तर्क तो दूर जाना चाहिए। तो फिर सानू हस्पताल भी बंद करने चाहिए, सानू जिहड़ी आर्मी भी रखने की जरूरत नहीं। इन्हां नूं भेज दो रे, इन्हां कोल करामाती शक्तियां हैगियां ते इह यानी कि उत्थे सब कुछ ही बंब बनाने की भी कोई जरूरत नहीं है, ये सब कुछ ही कर सकते हैगे आ। इस महान विग्यानी नूं कोटि कोटि प्रणाम है तो तुहाडे सारिਆਂ ਦਾ एक बार फिर धन्नवाद जिहड़ा तुसीं प्रोग्राम नूं जिहड़ा देख रहे हैगे आ ते पार्टिसिपेट भी कीता हैगा। अगले हफ्ते तुहाडे लई मैं कोई होर जिहड़ा हैगा इहो जिहा विलखण प्रोग्राम लैके हाजिर होऊंगा। तो मैनूं उम्मीद है कि जो कुछ भी अज आपां डॉक्टर कपूर बारे जिहड़ी गलबात कीती तुसीं इहदे बारे जरूर घर विच गल करोगे ते इहदे बारे जरूर सोचोगे ताकि तुहाडी जिहड़ी जिंदगी है सखाली रह सके, सखाली बन सके। ये विज्ञान ने साडी जिंदगी जिहड़ी हैगी सखाली बनाई है। वहम भरमां ने कदी तुहानूं जिहड़ा हैगा कदी सुकून नहीं दित्ता ते ना तो कदी तुहानूं सुकून देऊगा। तुहाडा आर्थिक भी नुकसान होगा, तुहाडा फिजिकल नुकसान भी होगा ते तुहाडा मानसिक नुकसान भी होगा। सो मेरा यानी कि इत्थे प्रोग्राम जिहड़ा हैगा खत्म हुंदा। मैं टेक्नीशियन साहब दा ते कांशी टेलीविजन का बहुत बहुत धन्नवादी हाँ। अपने विचार हर कोई अपने अपने कांशी टेलीविजन मैं थैंक यू, हैव ए गुड डे, बाय बाय।